ਅੱਜ ਦਾ ਵਚਨ ਪਰਮੇਸ਼ਰ ਨੇ ਕਾਫੀ ਟਾਈਮ ਤੋਂ ਮੇਰੇ ਮਨ 'ਚ ਪਾਇਆ ਸੀਗਾ ਕਿ ਮੈਂ ਤੁਹਾਨੂੰ ਦੱਸਾਂ। ਮੈਨੂੰ ਲੱਗਦਾ ਵੀ ਜਿਵੇਂ ਅੱਜ ਦਾ ਵਚਨ ਤੁਸੀਂ ਸੁਣ ਕੇ ਮਤਲਬ ਤੁਸੀਂ ਜਦੋਂ ਹਰ ਵਾਰ ਸੁਣੋਗੇ ਤਾਂ ਕਿਸੇ ਨਾ ਕਿਸੇ ਚੀਜ਼ ਤੋਂ ਆਜ਼ਾਦ ਹੋ ਜਾਇਆ ਕਰੋਗੇ। ਹਾਲੇਲੂਇਆ, ਹਾਲੇਲੂਇਆ। ਮੈਨੂੰ ਤੁਸੀਂ ਦੱਸੋ ਕਿ ਯਿਸੂ ਮਸੀਹ ਲੋਕਾਂ ਦੀ ਪਰਵਾਹ ਕਰਦਾ ਸੀ? ਮੈਨੂੰ ਦੱਸੋ, ਕਰਦਾ ਸੀ ਲੋਕਾਂ ਦੀ ਪਰਵਾਹ? ਸੇਵਾ ਕਰਨ 'ਚ, ਪ੍ਰਚਾਰ ਕਰਨ 'ਚ ਕਰਦਾ ਸੀਗਾ? ਪਤਰਸ, ਯਾਕੂਬ ਤੇ ਯਹੋਨਾ ਨੂੰ ਜਦੋਂ ਜੇਲ੍ਹ 'ਚ ਪਾ ਦਿੰਦੇ ਸੀਗੇ, ਜਿੱਥੋਂ ਫੜ ਕੇ ਲੈ ਜਾਂਦੇ ਸੀ ਤਾਂ ਉੱਥੇ 5ਵੇਂ ਦਿਨ ਜਾ ਕੇ ਉੱਥੇ ਪ੍ਰਚਾਰ ਕਰਨ ਲੱਗ ਜਾਂਦੇ ਸੀ। ਹਾਲੇਲੂਇਆ, ਹਾਲੇਲੂਇਆ। ਕਿ ਯਿਸੂ ਮਸੀਹ ਲੋਕਾਂ ਦੀ ਗੱਲਾਂ ਦੀ ਪਰਵਾਹ ਕਰਦਾ ਸੀਗਾ ਕਿ ਲੋਕ ਯਿਸੂ ਮਸੀਹ ਦੇ ਉੱਤੇ ਪ੍ਰਭਾਵ ਪਾ ਸਕੇ, ਕਿ ਲੋਕਾਂ ਦੀਆਂ ਗੱਲਾਂ ਦਾ ਯਿਸੂ ਮਸੀਹ ਦੇ ਉੱਤੇ ਪ੍ਰਭਾਵ ਪਿਆ। ਕਈ ਵਾਰੀ ਸਾਨੂੰ ਇਹ ਲੱਗਦਾ ਹੈ ਵੀ ਬਾਈਬਲ ਦੇ ਵਿੱਚ ਇਹ ਲਿਖੀ ਹੋਈ ਹੈ ਕਿ ਸਾਡਾ ਜਿਹੜਾ ਯੁੱਧ ਹੈਗਾ ਉਹ ਲਹੂ ਤੇ ਮਾਸ ਨਾਲ ਨਹੀਂ ਹੈ, ਪਰ ਕਿਹਦੇ ਨਾਲ ਹੈ? ਸ਼ੈਤਾਨ ਨਾਲ ਹੈ। ਕਿਹਦੇ ਨਾਲ ਹੈ? ਹੁਣ ਤੁਸੀਂ ਜ਼ੋਰ ਨਾਲ ਬੋਲਣਾ। ਕਿਹਦੇ ਨਾਲ ਹੈ? ਸ਼ੈਤਾਨ ਦੇ ਨਾਲ ਸਾਡਾ ਯੁੱਧ। ਹਾਲੇਲੂਇਆ। ਕਿਸੇ ਦੇ ਸਾਹਮਣੇ ਸਿੱਧੇ ਤਰੀਕੇ ਦੇ ਨਾਲ ਸ਼ੈਤਾਨ ਪ੍ਰਗਟ ਹੋਇਆ ਕਦੇ ਸਿੰਘ ਲਾ ਕੇ? ਮੇਰੇ ਸਾਹਮਣੇ ਨਹੀਂ ਹੋਇਆ ਸੀਗਾ, 18 ਸਾਲ ਹੋ ਗਏ ਆ, ਕਦੇ ਵੀ ਨਹੀਂ ਹੋਇਆ ਸੀ। ਇਹਦਾ ਮਤਲਬ ਦੁਸ਼ਟ ਆਤਮਾਵਾਂ ਨੂੰ ਕੰਮ ਕਰਨ ਵਾਸਤੇ ਕੀ ਚਾਹੀਦਾ? ਇੱਕ ਚਰਚ ਦੇ ਲੋਕ ਨਹੀਂ ਬੋਲੋਗੇ, ਮਤਲਬ ਇਸ ਘਰ ਦੇ ਲੋਕ, ਚਰਚ ਤਾਂ ਆਪਣਾ ਸਾਰਿਆਂ ਦਾ, ਤੇ ਤੁਸੀਂ ਸਾਰੇ ਜਣੇ ਮੈਨੂੰ ਜਵਾਬ ਦਿਓਗੇ। ਦੁਸ਼ਟ ਆਤਮਾਵਾਂ ਨੂੰ ਕੰਮ ਕਰਨ ਵਾਸਤੇ ਕੀ ਚਾਹੀਦਾ? ਇੱਕ ਸਰੀਰ ਦੇ ਵਿੱਚ ਕੀ ਹੁੰਦਾ? ਬ੍ਰੇਨ ਹੁੰਦਾ, ਸਾਡਾ ਦਿਮਾਗ ਹੁੰਦਾ। ਮੈਂ ਪਿਛਲੇ ਦਿਨਾਂ ਕਿਤੇ ਚੰਦਣਾ ਗਏ ਸੀਗੇ, ਮੈਂ ਗਿਆ ਸੀ ਵਿਜ਼ਿਟ ਕਰਨ ਵਾਸਤੇ, ਇੱਕ ਜੋਗੀ ਆ ਗਿਆ ਉੱਥੇ। ਕਿੰਨੀ ਉੱਥੇ ਗੱਲਾਂ ਤੋਂ ਗੱਲਾਂ ਨਿਕਲੇ ਵੀ ਕਿੰਨੇ ਅਦਭੁਤ ਤਰੀਕੇ ਦੇ ਨਾਲ ਪਰਮੇਸ਼ਰ ਨੇ ਸਾਡੀ ਰਚਨਾ ਕੀਤੀ ਹੈ, ਕਿੰਨੇ ਅਦਭੁਤ ਤਰੀਕੇ ਦੇ ਨਾਲ। ਵਿਗਿਆਨਿਕ ਡਾਕਟਰ ਸਾਡੇ ਸਰੀਰ ਨੂੰ ਸਮਝ ਨਹੀਂ ਪਾਏ ਹਜੇ ਤਾਈਂ। ਹਾਲੇਲੂਇਆ। ਹਜੇ ਤੱਕ ਉਹਨਾਂ ਨੂੰ ਪੂਰਾ ਤਰੀਕੇ ਨਾਲ ਸਾਨੂੰ ਸਟੱਡੀ ਨਹੀਂ ਕਰ ਸਕੇ, ਇੱਕ ਪਰਮੇਸ਼ਰ ਦੀ ਬਣਾਈ ਹੋਈ ਚੀਜ਼ ਦੇ ਉੱਤੇ ਕਨਫਿਊਜ਼ ਹੋਏ ਪਏ ਹੈ। ਹਾਲੇਲੂਇਆ। ਕਿੰਨੇ ਅਦਭੁਤ ਤਰੀਕੇ ਦੇ ਨਾਲ ਪਰਮੇਸ਼ਰ ਨੇ ਰਚਨਾ ਕੀਤੀ ਹੈ। ਸ਼ੈਤਾਨ, ਜਿਵੇਂ ਪਰਮੇਸ਼ਰ ਇੱਕ ਆਤਮਾ ਹੈ, ਉਵੇਂ ਹੀ ਸ਼ੈਤਾਨ ਵੀ ਕੀ ਹੈਗਾ? ਇੱਕ ਆਤਮਾ ਹੈਗੀ। ਉਹਦੇ ਕੋਲੇ ਸਰੀਰ ਨਹੀਂ ਹੈ। ਇਹਦਾ ਮਤਲਬ ਪਰਮੇਸ਼ਵਰ ਨੇ ਜਦੋਂ ਬੰਦੇ ਨੂੰ ਰਚਿਆ ਸੀਗਾ ਤਾਂ ਉਸਨੇ ਆਖਿਆ ਕਿ ਸਾਰੀ ਪ੍ਰਿਥਵੀ ਦੇ ਉੱਤੇ ਕੀ ਕਰ ਲੈ? ਅਧਿਕਾਰ ਕਰ ਲੈ, ਸਾਰੀਆਂ ਚੀਜ਼ਾਂ ਤੇ ਕੀ ਕਰ ਲੈ? ਇਹਦਾ ਮਤਲਬ ਕਾਨੂੰਨੀ ਇਸ ਪ੍ਰਿਥਵੀ ਦੇ ਉੱਤੇ ਅਧਿਕਾਰ ਕਿਹਦਾ ਹੈਗਾ? ਆਪਣਾ ਹੈਗਾ। ਕਿਹਦਾ ਹੈਗਾ? ਆਪਣਾ ਅਧਿਕਾਰ ਹੈ। ਪ੍ਰਿਥਵੀ ਕਿਹਦੀ ਹੈ? ਯਿਸੂ ਨੇ ਆਖਿਆ ਸਾਰਾ ਅਧਿਕਾਰ ਕਿਹਨੂੰ ਦਿੱਤਾ ਗਿਆ? ਮੈਨੂੰ। ਕਿਹਨੂੰ ਦਿੱਤਾ ਗਿਆ? ਤੇ ਕਹਿੰਦਾ ਉਹੀ ਅਧਿਕਾਰ ਮਤੀ ਦੇ ਵਿੱਚ ਵੀ ਲਿਖਿਆ। ਹਾਲੇਲੂਇਆ। ਸਾਰੇ ਦੇ ਸਾਰੇ ਅਧਿਕਾਰ ਕਿਹਨੂੰ ਦੇ ਦੇਣਾ? ਮੈਂ ਤੁਹਾਨੂੰ ਦੇ ਦੇਣਾ। ਦੁਸ਼ਟ ਆਤਮਾਵਾਂ ਕੋਲੇ, ਸ਼ੈਤਾਨ ਕੋਲੇ ਲੀਗਲ ਰਾਈਟ ਨਹੀਂਗਾ, ਕਾਨੂੰਨ ਅਧਿਕਾਰ ਨਹੀਂਗਾ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਕੰਮ ਕਰਨ ਦਾ, ਬਿਲਕੁਲ ਵੀ। ਤੁਹਾਨੂੰ ਇਸ ਗੱਲ ਦਾ ਪਤਾ? ਤੁਹਾਨੂੰ ਪਤਾ ਤੁਹਾਡੀ ਮਰਜ਼ੀ ਤੋਂ ਬਗੈਰ ਤੁਹਾਡੇ ਵਿੱਚ ਦੁਸ਼ਟ ਆਤਮਾ ਪ੍ਰਵੇਸ਼ ਨਹੀਂ ਕਰ ਸਕਦੀ। ਹਾਲੇਲੂਇਆ। ਕਿਉਂਕਿ ਉਹਨਾਂ ਕੋਲੇ ਲੀਗਲ ਰਾਈਟ ਨਹੀਂਗਾ, ਕਾਨੂੰਨੀ ਅਧਿਕਾਰ ਨਹੀਂ ਤੁਹਾਡੇ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦਾ, ਬਿਲਕੁਲ ਵੀ। ਕਾਨੂੰਨੀ ਅਧਿਕਾਰ ਪ੍ਰਿਥਵੀ ਤੇ ਕਿਹਦਾ ਹੈਗਾ? ਪ੍ਰਿਥਵੀ ਤੇ ਕਾਨੂੰਨੀ ਅਧਿਕਾਰ ਕਿਹਨੇ ਦਿੱਤਾ? ਕਿਹਨੂੰ ਦਿੱਤਾ? ਪਰਮੇਸ਼ਵਰ ਨੇ। ਹੁਣੇ ਦੱਸ ਕੇ ਗਿਆ ਕਿਹਨੂੰ ਦਿੱਤਾ? ਚਲੋ ਸ਼ੁਕਰ ਹੈ 4 ਜਣਿਆਂ ਨੂੰ ਦਿੱਤਾ। ਕਿਹਨੂੰ ਦਿੱਤਾ? 15 ਜਣਿਆਂ ਨੂੰ ਦਿੱਤਾ। ਕਿਹਨੂੰ ਦਿੱਤਾ? ਹੁਣ ਸਾਰਿਆਂ ਨੂੰ ਦਿੱਤਾ ਹੈ। ਹਾਲੇਲੂਇਆ। ਕਿਹਨੂੰ ਦਿੱਤਾ? ਸਾਨੂੰ ਦਿੱਤਾ ਹੈ। ਦੁਸ਼ਟ ਆਤਮਾਵਾਂ ਕੋਲੇ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਨ ਦਾ ਅਧਿਕਾਰ ਨਹੀਂ ਹੈ ਜਦ ਤੱਕ ਅਸੀਂ ਉਹਨੂੰ ਪਰਮਿਸ਼ਨ ਨਹੀਂ ਦਿੰਦੇ, ਆਗਿਆ ਨਹੀਂ ਦਿੰਦੇ ਕਿ ਆ ਜਾ ਕੰਮ ਕਰ। ਹਾਲੇਲੂਇਆ। ਤੁਹਾਨੂੰ ਪਤਾ ਯਿਸੂ ਮਸੀਹ ਦੇ ਵਿੱਚ ਸ਼ੈਤਾਨ ਕੰਮ ਨਹੀਂ ਕਰ ਸਕਿਆ ਕਿਉਂਕਿ ਯਿਸੂ ਨੇ ਆਖਿਆ ਮੇਰੇ ਵਿੱਚ ਸ਼ੈਤਾਨ ਦਾ ਕੁਝ ਵੀ ਨਹੀਂ ਹੈ, ਇੰਨਾ ਵੀ ਨਹੀਂ ਹੈ ਮੇਰੇ ਵਿੱਚ ਸ਼ੈਤਾਨ ਦਾ ਕੁਝ ਵੀ। ਹਾਲੇਲੂਇਆ। ਅੱਜ ਲੋਕੀ ਕਹਿੰਦੇ ਯਿਸੂ ਮਸੀਹ ਤਾਂ ਯਿਸੂ ਮਸੀਹ ਸੀਗਾ, ਯਿਸੂ ਮਸੀਹ ਤਾਂ ਪਰਮੇਸ਼ਰ ਦਾ ਪੁੱਤਰ ਸੀਗਾ, ਉਹ ਤਾਂ ਪਵਿੱਤਰ ਰਹਿ ਸਕਦਾ, ਕੋਈ ਸ਼ਕਤੀ ਦਾ। ਯਿਸੂ ਮਸੀਹ ਨੇ ਕਦੇ ਵੀ ਆਪਦੀ ਸ਼ਕਤੀ ਦਾ ਗਲਤ ਇਸਤੇਮਾਲ ਯਿਸੂ ਮਸੀਹ ਨੇ ਆਪਣੇ ਆਪ ਨੂੰ ਪਵਿੱਤਰ ਰੱਖਣ ਵਾਸਤੇ ਆਪਦੀ ਸ਼ਕਤੀ ਦਾ ਇਸਤੇਮਾਲ ਨਹੀਂ ਕੀਤਾ। ਹਾਲੇਲੂਇਆ। ਗਤਸਮਨੀ ਬਾਗ ਦੇ ਵਿੱਚ ਉਹਨੇ ਆਖਿਆ ਹਨਾ, ਜਦੋਂ ਯਿਸੂ ਮਸੀਹ ਨੂੰ ਫੜਨ ਵਾਸਤੇ ਆਏ, ਸੈਨਿਕ ਆਏ ਯਿਸੂ ਮਸੀਹ ਨੂੰ ਫੜਨ ਵਾਸਤੇ, ਤੇ ਜਦੋਂ ਪਤਰਸ ਨੇ ਤਲਵਾਰ ਖਿੱਚ ਲਈ ਤੇ ਉਹ ਸਿਪਾਹੀ ਦਾ ਕੰਨ ਉਡਾਤਾ, ਉਸਨੇ ਕੰਨ ਵੜਤਾ। ਸੁਣੀਏ ਨਾ ਕਹਾਣੀ, ਤੁਸੀਂ ਪੜ੍ਹੀ ਹੈ। ਕੰਨ ਉਡਾਤਾ ਤੇ ਪਤਰਸ ਨੂੰ ਯਿਸੂ ਮਸੀਹ ਨੇ ਆਖਿਆ, ਕਹਿੰਦਾ ਤੂੰ ਆਪਦੀ ਤਲਵਾਰ ਨੂੰ ਆਪਦੀ ਮਿਆਨ 'ਚ ਰੱਖ। ਕਹਿੰਦਾ ਜਿਹੜਾ ਤਲਵਾਰ ਚਲਾਉਂਦਾ ਉਹ ਤਲਵਾਰ ਦੇ ਨਾਲ ਹੀ ਵੱਢਿਆ ਜਾਏਗਾ। ਕਹਿੰਦਾ ਮੇਰੇ ਪਿਓ ਕੋਲੇ, ਮੇਰੇ ਪਿਤਾ ਕੋਲੇ ਕੀ ਸਵਰਗਦੂਤਾਂ ਦੀ ਕਮੀ? ਮੈਂ ਹੁਣੇ ਅਗਰ ਮੈਂ ਆਗਿਆ ਦੇਵਾਂ, ਹੁਣੇ ਐਸੇ ਵਕਤ ਕਹਿੰਦਾ, ਤੇ ਹੁਣੇ ਕਹਿੰਦਾ 12 ਟੋਲੀਆਂ ਸਵਰਗਦੂਤਾਂ ਦੀਆਂ ਆ ਜਾਣਗੀਆਂ ਇੱਥੇ, 72,000 ਸਵਰਗਦੂਤ ਇੱਥੇ ਪ੍ਰਗਟ ਹੋ ਜਾਣਗੇ। ਕਿੰਨੇ? ਇੱਕ ਟੋਲੀ 'ਚ 6,000 ਸਵਰਗਦੂਤ ਹੁੰਦੇ ਆ। ਕਿੰਨੇ ਹੁੰਦੇ ਆ? ਤੇ ਬਾਈਬਲ ਇਹ ਕਹਿੰਦੀ ਹੈ ਇੱਕ ਸਵਰਗਦੂਤ ਦੇ ਵਿੱਚ ਇੰਨੀ ਸਾਮਰਥ ਹੈ ਕਿ ਇੱਕ ਚੁਟਕੀ ਵਜਾਉਂਦੇ ਸਾਰੀ ਧਰਤੀ ਨੂੰ ਨਾਸ਼ ਕਰ ਸਕਦਾ ਹੈ। ਹਾਲੇਲੂਇਆ। ਇੱਕ ਸਵਰਗਦੂਤ ਤੁਹਾਨੂੰ ਵੀ ਦਿੱਤਾ ਗਿਆ ਤੇ ਤੁਸੀਂ ਕਹਿੰਦੇ ਹੋ ਮੈਂ ਕਮਜ਼ੋਰ ਹਾਂ। ਹਾਲੇਲੂਇਆ। ਉਹ ਨਹੀਂ ਦਿਖਦਾ ਤਾਂ ਕੀ ਹੈ ਨਹੀਂ ਉਹ, ਕਿਉਂਕਿ ਉਹ ਆਤਮਾ ਹੈ, ਤੁਹਾਨੂੰ ਨਜ਼ਰ ਨਹੀਂ ਆਉਂਦਾ। ਇਹਦਾ ਮਤਲਬ ਇਹ ਨਹੀਂ ਕਿ ਉਹ ਤੁਹਾਡੇ ਨਾਲ ਨਹੀਂ ਹੈ। ਤੁਹਾਡੇ ਗਲਤ ਕੰਮਾਂ ਨੂੰ, ਤੁਹਾਡੇ ਚੰਗੇ ਕੰਮਾਂ ਨੂੰ, ਤੁਹਾਡੇ ਝੂਠ ਨੂੰ, ਤੁਹਾਡੇ ਸੱਚ ਨੂੰ, ਤੁਹਾਡੀ ਹਰ ਇੱਕ ਚੀਜ਼ ਨੂੰ ਕੀ ਕਰਦਾ ਰਹਿੰਦਾ? ਉਹ ਵੇਖਦਾ ਰਹਿੰਦਾ ਹੈ। ਹਾਲੇਲੂਇਆ। ਹਾਲੇਲੂਇਆ। ਹਾਲੇਲੂਇਆ।
ਕਹਿੰਦਾ 72000 ਸਵਰਗਦੂਤ ਐਸੇ ਵਕਤ ਇੱਥੇ ਉਤਰੇ ਹੋਣਗੇ। ਹਾਲੇਲੂਇਆ। ਅੱਜ ਲੋਕੀ ਕਹਿੰਦੇ ਯਿਸੂ ਮਸੀਹ ਕੌਣ ਹੈ, ਫਿਰ ਵੀ ਸਾਰੀ ਦੁਨੀਆ ਉਸ ਨੂੰ ਜਾਣਦੀ ਹੈ, ਆਹ ਹੈ ਯਿਸੂ ਮਸੀਹ। ਹਾਲੇਲੂਇਆ। ਅੱਜ ਹਰ ਕਿਤਾਬ ਹਰ ਜ਼ੁਬਾਨ ਤੇ ਯਿਸੂ ਮਸੀਹ ਦਾ ਨਾਮ ਹੈਗਾ, ਆਹ ਹੈ ਯਿਸੂ ਮਸੀਹ। ਹਾਲੇਲੂਇਆ। ਹਾਲੇਲੂਇਆ। ਇਸ ਵਾਸਤੇ ਤੁਹਾਨੂੰ ਕੀ ਕਰਨਾ ਹੈ, ਤੁਹਾਨੂੰ ਇਹ ਜਦ ਤੱਕ ਅੱਜ ਸਾਨੂੰ ਆਤਮਿਕਤਾ ਮਹਿਸੂਸ ਕਿਉਂ ਨਹੀਂ ਹੁੰਦੀ, ਆਤਮਿਕਤਾ ਮਹਿਸੂਸ ਕਿਉਂ ਨਹੀਂ ਹੁੰਦੀ ਪਤਾ ਤੁਹਾਨੂੰ? ਸਾਨੂੰ ਐਂ ਕਿਉਂ ਨਹੀਂ ਲੱਗਦਾ ਕਿ ਪਵਿੱਤਰ ਆਤਮਾ ਮੇਰੇ ਨਾਲ ਹੈਗਾ? ਨਹੀਂ ਲੱਗਦਾ ਨਾ। ਕਈ ਵਾਰੀ ਇਕੱਲੇ ਜੇ ਮਹਿਸੂਸ ਹੁੰਦਾ, ਘਰੇ ਬੈਠੇ ਹੋਣੇ ਕਈ ਵਾਰੀ ਇਕੱਲਾ ਮਹਿਸੂਸ ਹੁੰਦਾ ਸਾਨੂੰ। ਇਹਦਾ ਮਤਲਬ ਇਹ ਨਹੀਂ ਕਿ ਪਵਿੱਤਰ ਆਤਮਾ ਤੁਹਾਡੇ ਨਾਲ ਨਹੀਂ। ਹਾਲੇਲੂਇਆ। ਜਦੋਂ ਤੁਸੀਂ ਵਚਨ ਬੋਲਦੇ ਹੋ ਉਦੋਂ ਪਵਿੱਤਰ ਆਤਮਾ ਤੁਹਾਡੇ ਨਾਲ ਆ ਜਾਂਦਾ, ਕਿਉਂਕਿ ਵਚਨ ਦੀ ਭਾਸ਼ਾ ਪਵਿੱਤਰ ਆਤਮਾ ਨਹੀਂ। ਦੇ ਨਾਲ ਅੱਜ ਤੁਹਾਨੂੰ ਮੈਂ ਸਿਖਾਉਣ ਦੀ ਕੋਸ਼ਿਸ਼ ਕਰੂੰਗਾ ਕੁਝ ਗੱਲਾਂ। ਜ਼ਿਆਦਾ ਦੇਰ ਨਹੀਂ ਮੈਂ ਲਊਂਗਾ, ਥੋੜੇ ਟਾਈਮ 'ਚ ਬਹੁਤ ਗੱਲਾਂ ਤੁਹਾਨੂੰ ਦੱਸਣਾ ਚਾਹੁੰਦਾ। ਪ੍ਰਭੂ ਦਾ ਧੰਨਵਾਦ ਕਰਦਾ ਮੈਂ। ਕਿਵੇਂ ਪਵਿੱਤਰ ਆਤਮਾ ਦੇ ਨਾਲ, ਜਦੋਂ ਤੁਹਾਨੂੰ ਲੱਗਦਾ ਦੁੱਖਾਂ ਦੇ ਵਿੱਚ ਤੁਹਾਡੇ ਨਾਲ ਨਹੀਂ ਪਵਿੱਤਰ ਆਤਮਾ, ਅੱਜ ਉਹ ਡਾਊਟ ਤੁਹਾਡੇ ਕਲੀਅਰ ਹੋਣਗੇ ਪ੍ਰਭੂ ਯਿਸੂ ਮਸੀਹ ਦੇ ਨਾਂ 'ਚ। ਆਪਾਂ ਇੱਕ ਵਚਨ ਪੜਾਂਗੇ ਪ੍ਰਭੂ ਦੇ ਦਾਸ ਦੇ ਨਾਲ, ਪੌਲੁਸ ਦੇ ਨਾਲ ਕਿਵੇਂ ਪਵਿੱਤਰ ਆਤਮਾ ਨੇ ਕੰਮ ਕੀਤਾ। ਕਿ ਲੋਕੀ ਦੁੱਖਾਂ ਦੇ ਵਿੱਚ ਨਹੀਂ ਗਏ, ਬਥੇਰੇ ਗਏ, ਪਰ ਪ੍ਰਭੂ ਉਸ ਵੇਲੇ ਵੀ ਨਾਲ ਸੀ। ਤੂਫਾਨ ਆਏ ਸਮੁੰਦਰਾਂ ਦੇ ਵਿੱਚ, ਉਸ ਵੇਲੇ ਵੀ ਪ੍ਰਭੂ ਨਾਲ ਸੀਗਾ। ਸਾਰੀਆਂ ਗੱਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਹੁੰਦੀਆਂ, ਤੁਹਾਨੂੰ ਦੁੱਖਾਂ ਦੇ ਵਿੱਚ ਹੋ ਕੇ ਨਿਕਲਣਾ ਪੈਂਦਾ, ਤੁਹਾਨੂੰ ਬਿਮਾਰੀਆਂ ਦੇ ਵਿੱਚ ਹੋ ਕੇ ਨਿਕਲਣਾ ਪੈਂਦਾ, ਤੁਹਾਨੂੰ ਕਸ਼ਟਾਂ ਦੇ ਵਿੱਚ ਹੋ ਕੇ ਨਿਕਲਣਾ ਪੈਂਦਾ। ਉਹ ਸਾਰੀਆਂ ਗੱਲਾਂ ਮਿਲਾ ਕੇ ਪਰਮੇਸ਼ਰ ਤੁਹਾਡੇ ਲਈ ਕੋਈ ਭਲਾਈ ਨੂੰ ਉਤਪੰਨ ਕਰਨਾ ਚਾਹੁੰਦਾ ਹੈ। ਹਾਲੇਲੂਇਆ। ਤੁਹਾਨੂੰ ਲੱਗਦਾ ਕਿ ਹੇ ਪਰਮੇਸ਼ਰ ਤੂੰ ਮੈਨੂੰ ਭੁੱਲ ਗਿਆ। ਆਪਾਂ ਪਰਮੇਸ਼ਰ ਦੀ ਨਿੰਦਾ ਕਰ ਰਹੇ ਹੁੰਦੇ ਹਾਂ ਜਦੋਂ ਕਹਿੰਦੇ ਆ ਵੀ ਹੇ ਪਰਮੇਸ਼ਰ ਤੂੰ ਮੈਨੂੰ ਭੁੱਲ ਗਿਆ, ਤੂੰ ਮੇਰੀ ਪ੍ਰਾਰਥਨਾ ਨਹੀਂ ਸੁਣਦਾ। ਪ੍ਰਭੂ ਨੇ ਆਖਿਆ ਉਹਦੇ ਵਚਨ ਦੇ ਵਿੱਚ, ਕਹਿੰਦਾ ਨਾ ਤਾਂ ਮੈਂ ਤੈਨੂੰ ਕਦੇ ਛੱਡਾਂਗਾ ਤੇ ਨਾ ਮੈਂ ਤੈਨੂੰ ਕਦੇ ਤਿਆਗਾਂਗਾ। ਕਹਿੰਦਾ ਮੈਂ ਤੇਰਾ ਨਾਮ ਆਪਦੀ ਹਥੇਲੀ ਦੇ ਉੱਤੇ ਖੋਦ ਕੇ ਲਿਖ ਰੱਖਿਆ ਹੈ। ਹਾਲੇਲੂਇਆ। ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਆਪਾਂ ਜਦੋਂ ਇਹ ਕਹਿੰਦੇ ਆਪਾਂ ਵਚਨ ਦੇ ਖਿਲਾਫ ਆਪਦੇ ਸ਼ਬਦਾਂ ਨੂੰ ਕੱਢਦੇ ਹਾਂ ਤੇ ਇਹੀ ਸ਼ੈਤਾਨ ਦੀ ਖੁਰਾਕ ਹੈ। ਜਦੋਂ ਆਪਾਂ ਕਹਿੰਦੇ ਦੁੱਖ ਆ ਗਏ, ਕਸ਼ਟ ਆ ਗਏ, ਬਿਮਾਰੀ ਆ ਗਈ, ਪਰਮੇਸ਼ਰ ਤਾਂ ਭੁੱਲ ਗਿਆ, ਪਰਮੇਸ਼ਰ ਤਾਂ ਮੈਨੂੰ ਪ੍ਰੇਮ ਹੀ ਨਹੀਂ ਕਰਦਾਗਾ। ਉਹਨੇ ਆਖਿਆ ਤੇਰੇ ਨੂੰ ਵੱਧ ਤਾਂ ਮੈਂ ਕਿਸੇ ਨੂੰ ਪ੍ਰੇਮ ਕਰਦਾ ਹੀ ਨਹੀਂ। ਹਾਲੇਲੂਇਆ। ਹਾਥੀ ਸਾਈਜ਼ 'ਚ ਕਿੰਨਾ ਵੱਡਾ ਹੁੰਦਾ, ਉਹਨੂੰ ਪ੍ਰੇਮ ਨਹੀਂ ਕਰਦਾ, ਪਰਮੇਸ਼ਰ ਆਪਾਂ ਨੂੰ ਕਰਦਾ। ਹਾਲੇਲੂਇਆ। ਹਰ ਇੱਕ ਸ੍ਰਿਸ਼ਟ ਦੇ ਨਾਲੋਂ ਵੱਧ ਪਰਮੇਸ਼ਰ ਸਾਨੂੰ ਪ੍ਰੇਮ ਕਰਦਾ ਹੈ। ਪਾਪ ਕਿਉਂ ਕਰਦੇ ਆ ਪਤਾ ਤੁਹਾਨੂੰ? ਕਿਉਂਕਿ ਪਾਪ ਇਨਸਾਨ ਉਦੋਂ ਤੱਕ ਕਰਦਾ ਰਹਿੰਦਾ ਹੈ, ਵਚਨ ਉਦੋਂ ਤੱਕ ਤੋੜਦਾ ਰਹਿੰਦਾ ਹੈ ਜਦ ਤੱਕ ਪਰਮੇਸ਼ਰ ਦਾ ਪ੍ਰੇਮ ਉਹਦੇ ਵਿੱਚ ਨਹੀਂ ਹੁੰਦਾ, ਜਦ ਤੱਕ ਉਹ ਜਾਣਦਾ ਨਹੀਂ ਕਿ ਪਰਮੇਸ਼ਰ। ਮੇਰੀ ਗੱਲ ਸੁਣੋ, ਇੱਕ ਬੱਚਾ ਆਪਦੇ ਪਿਓ ਦੇ ਆਨਾਕਾਰੀ ਤਾਂ ਕਦੋਂ ਤੱਕ ਕਰੂਗਾ? ਜਦ ਤੱਕ ਉਹਨੂੰ ਇਹ ਸਮਝ ਨਹੀਂ ਆ ਜਾਂਦੀ ਕਿ ਮੇਰਾ ਪਿਓ ਮੈਨੂੰ ਪ੍ਰੇਮ ਕਰਦਾ ਤੇ ਮੇਰੀ ਭਲਾਈ ਚਾਹੁੰਦਾ, ਉਦੋਂ ਤੱਕ ਉਹ ਗਲਤ। ਜਦੋਂ ਉਹਨੂੰ ਸਮਝ ਆ ਜਾਂਦੀ ਫਿਰ ਕਹਿੰਦਾ ਮੇਰਾ ਪਿਓ ਮੇਰੇ ਤੇ ਵਿਸ਼ਵਾਸ ਕਰਦਾ ਹੈ, ਮੇਰੇ ਨਾਲ ਭਲਾਈ ਕਰਦਾ ਤੇ ਮੈਂ ਪਾਪ ਕਿਉਂ ਕਰਾਂ। ਇੱਕ ਕਹਾਣੀ ਪੜਾਂਗੇ ਆਪਾਂ ਅੱਜ, ਪ੍ਰੇਰਿਤੋਂ ਕੇ ਕਾਮ ਰਸੂਲਾਂ ਦੀ ਕਰਤੱਵ ਪੰਜਾਬੀ ਦੇ ਵਿੱਚ, प्रेरितों के काम 28 अध्याय मैं ਤੁਹਾਡੇ ਲਈ पढ़ूंगा, तुसी सिर्फ सुनना है। हालेलुया। जब हम बच निकले तो पता चला कि यह द्वीप माल्टा कहलाता है। ਕਿਹੜਾ द्वीप कहलाता है? माल्टे ਤਾਂ ਸੰਤਰਿਆਂ ਨੂੰ ਨਹੀਂ ਕਹਿੰਦੇ ਜੀ। ਸ਼ੁਕਰ ਯਾਦ ਰਹੂਗਾ ਤੁਹਾਡੇ ਨਾ। ਕਿਹੜਾ द्वीप कहलाता है? माल्टा। द्वीप ਕਿਹਨੂੰ ਕਹਿੰਦੇ? ਸਮੁੰਦਰ ਦੇ ਵਿਚਾਲੇ ਇੱਕ ਉੱਚੀ ਜਗ੍ਹਾ ਹੁੰਦੀ ਹੈ ਜਿਸ ਵਿੱਚ ਪਹਾੜੀਆਂ, ਸੁੱਕੀ ਜ਼ਮੀਨ ਹੁੰਦੀ ਹੈ ਸਮੁੰਦਰ ਦੇ ਵਿਚਾਲੇ। वहाँ के निवासियों ने हम पर अनोखी कृपा की, क्योंकि मैं बरसने के कारण ठंड थी, इसलिए उन्होंने आग सुलगाकर हम सबको ठहराया। जब पौलुस ने लकड़ियों का गट्ठा बटोरकर आग पर रखा तो एक सांप आंच पाकर निकला और उसके हाथ से लिपट गया। जब उन निवासियों ने सांप को उसके हाथ से लिपटे हुए देखा तो आपस में कहा, सचमुच यह मनुष्य हत्यारा है। पौलुस ਨੂੰ प्रभु के दास ਨੂੰ ਕਹਿਣ ਲੱਗੇ, सचमुच यह मनुष्य हत्यारा है कि यद्यपि समुद्र से बच गया तो भी न्याय ने जीवित न रहने दिया। तब उसने सांप को आग में झटक दिया और उसे कुछ हानि न पहुंची, परंतु वे बाट जोते रहे कि वह सूझ जाएगा। सप खाता सूझ जूगा या एकाएक गिर के मर जाएगा। परंतु जब वे बहुत देर तक देखते रहे और देखा कि उसका कुछ भी नहीं बिगड़ा तो अपना विचार बदल कर कहा, यह तो कोई देवता है। हालेलुया, हालेलुया, हालेलुया। ਪੌਲੁਸ ਰੋਮ ਨੂੰ ਜਾ ਰਿਹਾ ਸੀ। ਕਿੱਧਰ ਨੂੰ ਜਾ ਰਿਹਾ ਸੀਗਾ? ਰੋਮ ਨੂੰ ਜਾ ਰਿਹਾ ਸੀਗਾ। ਰਸਤੇ 'ਚ ਪਹਿਲਾਂ ਜਹਾਜ਼ ਟੁੱਟ ਗਿਆ, ਫਿਰ ਇੱਕ ਦਵੀਪ ਤੇ ਰੁਕ ਗਏ। ਉੱਥੇ ਠੰਡ ਸੀਗੀ ਤੇ ਅੱਗ ਸੁਲਗਾਉਣ ਲੱਗੇ। ਤੇ ਪੌਲੁਸ ਨੇ ਕੀ ਕਹਿੰਦਾ, ਚਲ ਮਦਦ ਕਰਦੇ ਆਪਾਂ, ਹੈਲਪ ਕਰਦੇ ਆ। ਅੱਗ ਨੂੰ ਸੈੱਟ ਕਰਨ ਲੱਗ ਗਿਆ, ਲੱਕੜਾਂ ਸੈੱਟ ਕਰਨ ਲੱਗ ਗਿਆ, ਲੱਕੜਾਂ ਨੂੰ ਸੈੱਟ ਕਰਨ ਲੱਗ ਗਿਆ। ਕਹਿੰਦਾ ਵੀ ਅੱਗ ਵੱਲ ਆਪਾਂ ਮਦਦ ਕਰਦੇ ਨਾ, ਜਿਵੇਂ ਧੂਣੀ ਤੇ ਬੈਠੇ ਹੁੰਦੇ ਆਪਾਂ ਵੀ ਚੱਲ ਲੱਕੜ ਸਹੀ ਕਰ ਦਿੰਦੇ ਆ, ਅੱਧੀ ਮੱਚ ਗਈ ਉਹਨੂੰ ਧੂਣੀ ਦੇ ਉੱਤੇ ਕਰ ਲੈਂਦੇ ਆ। ਤੇ ਇੱਕ ਸੱਪ ਆ ਕੇ ਉਹਦੇ ਲਿਪਟ ਗਿਆ। ਹਾਲੇਲੂਇਆ। ਖਾ ਗਿਆ ਸੱਪ। ਲੋਕੀ ਕਹਿੰਦੇ ਤਾਂ ਪਾਪੀ ਹੈ। ਕਹਿੰਦਾ ਪਹਿਲਾਂ ਤਾਂ ਜਹਾਜ਼ ਤੋਂ ਬਚ ਗਿਆ, ਜਹਾਜ਼ 'ਚ ਮਰਿਆ ਨਹੀਂ ਗਾ। ਕਹਿੰਦਾ ਨਿਆਂ ਤਾਂ ਪਰਮੇਸ਼ਰ ਦਾ ਆਉਣਾ ਹੀ ਸੀ ਇਹਦੇ ਉੱਤੇ, ਇਹਨੇ ਤਾਂ ਮਰਨਾ ਹੀ ਸੀ। ਹੁਣ ਸੱਪ ਨੇ ਖਾ ਲਿਆ ਇਹਨੂੰ। ਬਚਦਾ ਨਹੀਂ ਇਹ ਬੰਦਾ, ਹਥਿਆਰਾ ਹੈਗਾ। ਡੀਕਦੇ ਰਹੇ ਵੀ ਕਦੋਂ ਮਰੂਗਾ, ਸੁੱਜ ਜੂਗਾ, ਪੀਲਾ ਹੋ ਜੂਗਾ। ਰੱਤੜ ਖਾ ਗਿਆ ਇਹਨੂੰ, ਹੈ ਨਾ। ਪਾਣੀ ਵਾਲਾ ਸੱਪ ਖਾ ਗਿਆ ਹੈਗਾ, ਸਮੁੰਦਰੀ ਸੱਪ ਖਾ ਗਿਆ, ਇਹ ਖਤਮ ਹੋ ਜੂਗਾ, ਸੁੱਜ ਕੇ ਮਰ ਜੂਗਾ। ਹਾਲੇਲੂਇਆ। ਕੁਛ ਨਹੀਂ ਹੋਇਆ। ਤੇ ਬਾਅਦ 'ਚ ਅੱਗੇ ਲਿਖਿਆ, ਕਹਿੰਦਾ ਉਹਨਾਂ ਨੇ, ਲੋਕਾਂ ਨੇ ਕੀ ਕਿਹਾ? ਲੋਕਾਂ ਨੇ ਕਹਿੰਦਾ ਉਹਦੇ ਮਨ ਨੂੰ ਬਦਲ ਲਿਆ। 10 ਮਿੰਟ ਪਹਿਲਾਂ ਕਹਿੰਦੇ ਤਾਂ ਮਰ ਜੂਗਾ, 10 ਮਿੰਟ ਬਾਅਦ ਕਹਿੰਦੇ ਇਹ ਕੀ ਹੈ? ਦੇਵਤਾ। ਹਾਲੇਲੂਇਆ। ਕਈ ਵਾਰੀ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ ਦੂਸਰਿਆਂ ਦੀ, ਹੈ ਨਾ।
ਜਿਵੇਂ ਉਹਨੇ ਪੌਲਸ ਨੇ ਕਿਹਾ ਅੱਗ ਸਲਗਾਉਣ ਦੇ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਦਦ ਕਰਨ ਦੇ ਚੱਕਰਾਂ ਦੇ ਵਿੱਚ ਜਦੋਂ ਸਾਡਾ ਨੁਕਸਾਨ ਹੋ, ਲੋਕਾਂ ਦੀ ਗੱਲ, ਲੋਕ ਕੀ ਕਹਿੰਦੇ ਤੁਹਾਨੂੰ ਦੁੱਖਾਂ ਦੇ ਵਿੱਚ ਵੇਖ ਕੇ, ਤੁਹਾਨੂੰ ਕਸ਼ਟਾਂ ਦੇ ਵਿੱਚ ਵੇਖ ਕੇ, ਇਹ ਤਾਂ ਸੇਵਾ ਕਰਨ ਵਾਲਾ ਬੰਦਾ ਹੈ, ਇਹਦੇ ਤੇ ਤਾਂ ਕਸ਼ਟ ਹੋਣੇ ਨਹੀਂ ਚਾਹੀਦੇਗੇ, ਇਹਦੇ ਤੇ ਕਸ਼ਟ ਕਿਵੇਂ ਆ ਗਏ, ਇਹਨੂੰ ਤਾਂ ਦੁੱਖ ਚ ਹੋਣਾ ਹੀ ਨਹੀਂ ਚਾਹੀਦਾਗਾ। ਪਾਸਟਰ ਹੋ ਕੇ ਹਜੇ ਇੰਨੇ ਦੁੱਖ ਆਈ ਜਾਂਦੇ ਦੇ ਉੱਤੇ, ਪਾਸਟਰ ਹੋ ਕੇ ਸੱਪ ਨੇ ਖਾ ਲਿਆ, ਪਾਸਟਰ ਹੋ ਕੇ ਜਹਾਜ਼ ਟੁੱਟ ਗਿਆ। ਹਾਲੇਲੂਇਆ। ਇਹ ਤਾਂ ਯਿਸੂ ਮਸੀਹ ਨੂੰ ਮੰਨਣ ਵਾਲੇ ਲੋਕ ਹੈਗੇ ਆ, ਇਹਨਾਂ ਤੇ ਤਾਂ ਕਸ਼ਟ ਹੋਣੇ ਨਹੀਂ ਚਾਹੀਦੇਗੇ। ਯਿਸੂ ਮਸੀਹ ਨੂੰ ਮੰਨਣ ਵਾਲੇ ਲੋਕਾਂ ਦੇ ਉੱਤੇ ਕਸ਼ਟ ਆ ਗਿਆ, ਇਹ ਕਿਵੇਂ ਹੋ ਸਕਦਾ? ਲੋਕੀ ਕਹਿੰਦੇ ਫਿਰ ਗੱਲਾਂ ਜੀ, ਇਹ ਤਾਂ ਲੋਕਾਂ ਦੀ ਮਦਦ ਕਰਦੇ ਫਿਰਦੇ ਸੀਗੇ, ਅੱਜ ਇਹਨਾਂ ਦੀ ਮਦਦ ਕੌਣ ਕਰੂਗਾ? ਇਹਨੇ ਤਾਂ 4-4 ਦਿਨਾਂ ਦੇ ਮੁਰਦੇ ਨੂੰ ਜਵਾਲਿਆ, ਹੁਣ ਆਪ ਕਿਉਂ ਨਹੀਂ ਉਤਰਦਾ ਸਲੀਬ ਦੇ ਉੱਤੋਂ? ਹਾਲੇਲੂਇਆ। ਆਪ ਕਿਉਂ ਨਹੀਂ ਉਤਰ ਕੇ ਆਉਂਦਾ ਸਲੀਬ ਦੇ ਤੋਂ? ਆਪ ਵੀ ਬਚੇ ਤੇ ਸਾਨੂੰ ਵੀ ਬਚਾਵੇ। ਹਾਲੇਲੂਇਆ। ਮਦਦ ਕਰਨ ਦੀ ਕੋਸ਼ਿਸ਼ ਕਰੀ ਜਾਂਦਾ ਸੀਗਾ ਪੌਲਸ। ਸੱਪ ਨੇ ਗੁੰਝਲੀ ਮਾਰ ਲਈ ਹੱਥ ਦੇ ਉੱਤੇ, ਐਵੇਂ ਗੁੰਝਲੀ ਮਾਰ ਲਈ ਹੱਥ ਦੇ ਉੱਤੇ। ਸੱਪ ਨੇ ਕੀ ਕਰ ਲਈ? ਐਸ ਲੋਡ, ਅੱਗ ਦੇ ਵਿੱਚ ਸਿਰ ਪਾਉਣ ਲੱਗਿਆ ਨਾ, ਐਸ ਲੋਡ। ਲੋਕਾਂ ਨੇ ਆਖਿਆ ਕਹਿੰਦੇ ਇਹ ਤਾਂ ਕੰਮ ਹੋ ਗਿਆ ਖਰਾਬ, ਇਹ ਤਾਂ ਮਰ ਜੂਗਾ। ਤੇ ਪੌਲਸ ਨੇ ਲਿਖਿਆ ਕਹਿੰਦਾ ਝੜਕਤਾ ਹੱਥ ਨੂੰ, ਕੀ ਕਰਤਾ? ਝਿੜਕਤਾ। ਲੋਕਾਂ ਦੀਆਂ ਗੱਲਾਂ ਨੂੰ ਕੀ ਕਰਨਾ ਤੁਸੀਂ? ਫਿਰ ਕੀ ਕਰਨਾ ਦੱਸੋ? ਲੋਕੀ ਕਹਿਣਗੇ ਯਿਸੂ ਮਸੀਹ ਨੂੰ ਮੰਨਣ ਵਾਲੇ ਦੇ ਕਸ਼ਟ ਨਹੀਂ ਹੁੰਦੇਗੇ, ਯਿਸੂ ਮਸੀਹ ਨੂੰ ਮੰਨਣ ਵਾਲੇ ਗਰੀਬੀ ਆ, ਹਜੇ ਵੀ ਲੜਾਈ ਹੋ ਜਾਂਦੀ ਘਰੇ, ਹਜੇ ਵੀ ਕਸ਼ਟ ਚੱਲੀ ਜਾਂਦੇ ਆ, ਹਜੇ ਵੀ ਲੋਕਾਂ ਦੇ ਦੋਸ਼ ਲੱਗੀ ਜਾਂਦੇ ਯਿਸੂ ਮਸੀਹ ਦੇ ਉੱਤੇ। ਪੌਲਸ ਨੇ ਕੀ ਕੀਤਾ? ਪੌਲਸ ਕੋਲੇ ਗਿਆ, ਨਹੀਂ ਮੈਂ ਪ੍ਰਭੂ ਦਾ ਦਾਸ ਹਾਂ, ਮੈਂ ਉਹ ਜਾ ਨਹੀਂਗਾ, ਮੇਰੀ ਵਜ੍ਹਾ ਨਾਲ ਜਹਾਜ਼ ਨਹੀਂ ਟੁੱਟਿਆ ਸੀਗਾ, ਮੇਰੀ ਵਜ੍ਹਾ ਨਾਲ ਥੋੜੀ ਮੇਰੇ ਤੇ ਕਸ਼ਟ ਆਇਆ ਹੈਗਾ, ਮੇਰੀ ਵਜ੍ਹਾ ਨਾਲ ਥੋੜੀ ਨਾ ਇਹੋ ਜਿਹਾ ਹੋਇਆ ਹੈਗਾ। ਪੌਲਸ ਨੇ ਕਿਸੇ ਦੀ ਵੀ ਗੱਲ ਦਾ ਕੋਈ ਵੀ ਜਵਾਬ ਦੇਣਾ ਜ਼ਰੂਰੀ ਨਹੀਂ। ਲੋਕਾਂ ਦੀ ਗੱਲ ਦਾ ਤੁਹਾਨੂੰ ਜਵਾਬ ਦੇਣ ਦੀ ਜ਼ਰੂਰਤ ਨਹੀਂ, ਕਿਉਂਕਿ ਤੁਹਾਡੀ ਗੱਲ ਦਾ ਜਵਾਬ ਦੇਣ ਵਾਸਤੇ ਕੋਈ ਨਾ ਕੋਈ ਹੈਗਾ। ਤੇ ਪਰਮੇਸ਼ਰ ਕਦੇ ਮੂੰਹ ਨਾਲ ਜਵਾਬ ਨਹੀਂ ਦਿੰਦਾਗਾ, ਉਹ ਕੰਮਾਂ ਦੇ ਨਾਲ ਜਵਾਬ ਦਿੰਦਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੁਹਾਨੂੰ ਪਤਾ ਕੁਝ ਲੋਕ ਤੁਹਾਡੇ ਹਮੇਸ਼ਾ ਵਿਰੋਧ ਕਰਦੇ ਜਾਂਦੇ, ਤੁਹਾਡਾ ਕਰਦੇ ਜਾਂਦੇ ਆ। ਫਿਰ ਤੁਸੀਂ ਆਖਦੇ ਪਰਮੇਸ਼ਰ ਇਹਨੂੰ ਤੂੰ ਕਿਉਂ ਰੱਖਿਆ ਮੇਰੇ ਨਾਲ, ਇਹ ਬੰਦਾ ਕਿਉਂ ਮੇਰੇ ਮਗਰ ਪਿਆ ਹੋਇਆ? ਐਂ ਕਹਿੰਦੇ ਆ ਕਿ ਨਹੀਂ? ਮੈਨੂੰ ਦੱਸੋ ਕੀ ਪ੍ਰਾਰਥਨਾ, ਇਹਨੂੰ ਕੱਢ ਕਿਉਂ ਨਹੀਂ ਦਿੰਦਾ ਪਰਮੇਸ਼ਰ? ਇਹਦਾ ਘਰ ਕਿਉਂ ਨਹੀਂ ਬਦਲ ਦਿੰਦਾ ਤੂੰ? ਇਹਨੂੰ ਦੂਰ ਕਿਉਂ ਨਹੀਂ ਲੈ ਜਾਂਦਾ? ਇਹ ਨਾਲ ਕੋਈ ਮੇਰੇ ਨਾਲ ਗੱਲ ਹੀ ਨਾ ਕਰੇ। ਇਸ ਤਰ੍ਹਾਂ ਦਾ ਦਿਮਾਗ ਚ ਆਉਂਦਾ ਨਾ, ਆਉਂਦਾ ਕਿ ਨਹੀਂ? ਮੈਨੂੰ ਦੱਸੋ। ਆਉਂਦਾ, ਸਾਡੇ ਮਨ ਦੇ ਵਿੱਚ ਆਉਂਦਾ। ਹਾਲੇਲੂਇਆ। ਆਪਾਂ ਗਲਤ ਪ੍ਰਾਰਥਨਾ ਕਰ ਰਹੇ ਹੁੰਦੇ ਹਾਂ ਉਹਨੂੰ ਦੂਰ ਕਰਨ ਦੀ, ਹਾਲਾਂਕਿ ਪਰਮੇਸ਼ਰ ਨੇ ਉਹਨੂੰ ਉੱਥੇ ਰੱਖਿਆ ਹੁੰਦਾ, ਕਿਉਂਕਿ ਬਾਈਬਲ 'ਚ ਲਿਖਿਆ ਹੋਇਆ, ਕਹਿੰਦਾ ਉਹ ਮੇਰੇ ਦੁਸ਼ਮਣਾਂ ਦੇ ਸਾਹਮਣੇ ਮੇਰੇ ਲਈ ਕੀ ਵਿਛਾਉਂਦਾ ਹੈ? ਮੇਜ਼ ਵਿਛਾਉਂਦਾ ਹੈ। ਹਾਲੇਲੂਇਆ, ਹਾਲੇਲੂਇਆ। ਤੁਹਾਡੇ ਦੁਸ਼ਮਣਾਂ ਦੇ ਸਾਹਮਣੇ ਤੁਹਾਡੇ ਲਈ ਕੀ ਵਿਛਾ ਲੂਗਾ? ਮੇਜ਼। ਉਹਨਾਂ ਦੁਸ਼ਮਣਾਂ ਦੇ ਸਾਹਮਣੇ ਜਿਨ੍ਹਾਂ ਨੇ ਸ਼ੈਤਾਨ ਨੂੰ ਆਪਦੇ ਅੰਦਰ ਜਗ੍ਹਾ ਦਿੱਤੀ ਹੁੰਦੀ ਹੈ ਕਿ ਤੁਹਾਡੇ ਖਿਲਾਫ ਖੜੇ ਹੋਣ। ਸ਼ੈਤਾਨ ਧੱਕੇ ਨਾਲ ਟਪੂਸੀ ਮਾਰ ਕੇ ਉਹਨਾਂ ਦੇ ਵਿੱਚ ਨਹੀਂ ਵੜਿਆ ਹੁੰਦਾਗਾ, ਉਹਨਾਂ ਨੇ ਪਹਿਲਾਂ ਜਗ੍ਹਾ ਦਿੱਤੀ ਹੁੰਦੀ ਹੈ ਸ਼ੈਤਾਨ ਨੂੰ। ਸ਼ੈਤਾਨ ਅੰਦਰ ਆਉਂਦਾ, ਅੰਦਰ ਹੋ ਕੇ ਉਹਨਾਂ ਨੂੰ ਇਸਤੇਮਾਲ ਕਰਦਾ, ਤੁਹਾਡੇ ਖਿਲਾਫ ਭੜਕਾਉਂਦਾ, ਤੁਹਾਡੇ ਖਿਲਾਫ ਗੱਲਾਂ ਕਰਵਾਉਂਦਾ। ਹਾਲੇਲੂਇਆ। ਮੈਂ ਇੱਕ ਗੱਲ ਵਚਨ ਦੇ ਵਿੱਚੋਂ ਕਰ ਰਿਹਾ। ਹਾਲੇਲੂਇਆ। ਪੌਲਸ ਰੋਮ ਨੂੰ ਜਾ ਰਿਹਾ ਸੀਗਾ, ਪ੍ਰਭੂ ਨੇ ਕਿਹਾ ਤੂੰ ਰੋਮ 'ਚ ਜਾ ਕੇ ਪ੍ਰਚਾਰ ਕਰ। ਹਾਲੇਲੂਇਆ। ਲੇਕਿਨ ਰਸਤੇ ਦੇ ਵਿੱਚ, ਸਫ਼ਰ ਦੇ ਵਿੱਚ ਕਸ਼ਟ ਆ ਗਏ, ਰਸਤੇ 'ਚ ਜਹਾਜ਼ ਟੁੱਟ ਗਿਆ, ਰਸਤੇ 'ਚ ਸੱਪ ਖਾ ਗਿਆ। ਕਿੰਨੇ ਲੋਕ ਉਹਨਾਂ ਦੇ ਉੱਤੇ ਹੋਣਗੇ? ਘੱਟੋ ਘੱਟ ਜਹਾਜ਼ ਦੇ 200-250 ਲੋਕ ਹੋਣਗੇ। ਸਾਰੇ ਕਹਿੰਦੇ ਇਹ ਬੰਦਾ ਤਾਂ ਪਾਪੀ ਹੈ, ਇਹਦੇ ਤੇ ਕਸ਼ਟ ਕਿਵੇਂ ਆ ਗਿਆ? ਇਹੀ ਹੈਗਾ, ਇਹਨੂੰ ਜਹਾਜ਼ ਤੋਂ ਬਾਹਰ ਸੁੱਟੋ। ਕਹਿੰਦਾ ਇਹਦੀ ਵਜ੍ਹਾ ਨਾਲ ਤਾਂ ਜਹਾਜ਼ ਟੁੱਟਿਆ, ਆਹ ਵੇਖ ਲੈ, ਉਹ ਜਹਾਜ਼ ਤੋਂ ਬਚਿਆ, ਹੁਣ ਸੱਪ ਨੇ ਖਾ ਲਿਆ। ਹਾਲੇਲੂਇਆ। ਲੋਕਾਂ ਦੀ ਗੱਲ ਦਾ ਜਵਾਬ ਦੇਣਾ ਜ਼ਰੂਰੀ ਸਮਝਣਾ ਨਹੀਂ ਹੈ। ਹਾਲੇਲੂਇਆ। ਸਾਡੀ ਪ੍ਰੋਬਲਮ ਕੀ ਹੈ? ਸਾਡੀ ਸਮੱਸਿਆ ਕੀ ਹੈ? ਸਾਡੇ ਉੱਤੇ ਕੋਈ ਸਮੱਸਿਆ ਜਦੋਂ ਆਉਂਦੀ ਹੈ, ਅਸੀਂ ਲੋਕਾਂ ਵੱਲ ਭੱਜਦੇ ਹਾਂ, ਨਾ ਕਿ ਪਰਮੇਸ਼ਰ ਦੇ ਵੱਲ। ਲੋਕਾਂ ਵੱਲ ਭੱਜਦੇ, ਉੱਥੋਂ ਸੋਲੂਸ਼ਨ ਖੋਜਣ ਦੀ ਕੋਸ਼ਿਸ਼ ਕਰਦੇ, ਪਰਮੇਸ਼ਰ ਨੂੰ ਹੋਰ ਨਾਰਾਜ਼ ਕਰ ਦਿੰਦੇ ਆਪਾਂ। ਬਾਈਬਲ ਦੇ ਵਿੱਚ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ, ਜਦੋਂ ਸੱਪ ਖਾਦਾ ਲੋਕਾਂ ਨੇ ਆਖਿਆ ਕਹਿੰਦੇ ਤਾਂ ਹਥਿਆਰਾ ਹੈ। ਕੌਣ ਹੈ? ਕਾਤਲ ਹੈਗਾ, ਮਰਡਰਰ ਹੈਗਾ ਤਾਂ। ਤੇ ਕੀ ਪੌਲਸ ਨੇ ਜਾ ਕੇ ਐਕਸਪਲੇਨ ਕੀਤਾ? ਨਹੀਂ ਜੀ, ਮੈਂ ਤਾਂ ਗਵਾਹੀ ਸੁਣਨ ਲੱਗਿਆ। ਪੌਲਸ ਜਾ ਕੇ ਉੱਥੇ ਨਹੀਂ ਸੁਣਾਈ ਉਹਨੇ ਗਵਾਹੀ। ਉਹਨੇ ਇਹ ਨਹੀਂ ਕਿਹਾ ਮੈਂ ਤਾਂ ਮਸੀਹਾਂ ਦਾ ਕਤਲ ਕਰਦਾ ਹੁੰਦਾ ਸੀਗਾ, ਮੈਂ ਤਾਂ ਇਹੋ ਜਿਹਾ ਸੀ, ਮੈਂ ਮਾੜਾ ਸੀਗਾ, ਮੈਂ ਇਹ ਸੀਗਾ, ਉਹ ਸੀਗਾ। ਫਿਰ ਗਵਾਹੀ ਮੈਨੂੰ ਦਮਿਸ਼ਕ ਦੀ ਰੋਡ ਤੇ ਚੁਣਿਆ ਪਰਮੇਸ਼ਰ ਨੇ। ਪ੍ਰਭੂ ਯਿਸੂ ਮਸੀਹ ਨੇ ਮੈਨੂੰ ਆਵਾਜ਼ ਮਾਰੀ, ਕਹਿੰਦਾ ਹੇ ਪੌਲਸ ਤੂੰ ਮੈਨੂੰ ਕਿਉਂ ਸਤਾਉਣਾ? ਇਹ ਗਵਾਹੀ ਦੇਣ ਨਹੀਂ ਲੱਗਿਆ ਪੌਲਸ ਬਿਲਕੁਲ ਵੀ। ਉਸਨੇ ਬਿਲਕੁਲ ਵੀ ਗਵਾਹੀ ਨਹੀਂ ਦਿੱਤੀ ਇਸ ਚੀਜ਼ ਦੀ, ਬਿਲਕੁਲ ਵੀ ਗਵਾਹੀ ਨਹੀਂ ਦਿੱਤੀ ਇਸ ਚੀਜ਼ ਦੀ। ਹਾਲੇਲੂਇਆ। ਉਹਨੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਉਹਨਾਂ ਦੇ ਸਾਹਮਣੇ ਨਹੀਂ ਕੀਤੀ, ਉਹ ਚੁੱਪ ਰਿਹਾ। ਹਾਲੇਲੂਇਆ। ਤੇ ਪਰਮੇਸ਼ਰ ਨੂੰ ਉਹਦੀ ਜ਼ਿੰਦਗੀ 'ਚ ਕੰਮ ਕਰਨਾ ਮਰ ਜਾਂਦਾ। ਹਾਲੇਲੂਇਆ। ਕਿੰਨੇ ਲੋਕਾਂ ਨੂੰ ਮੇਰੀ ਗੱਲ ਸਮਝ ਆਈ ਜਾਂਦੀ ਹੈ? ਹਾਲੇਲੂਇਆ। ਪੌਲਸ ਨੇ ਐਕਸਪਲੇਨ ਨਹੀਂ ਕੀਤੀ ਗੱਲ ਵੀ ਮੈਂ ਕੋਈ ਪਰਮੇਸ਼ਰ ਦਾ ਦਾਸ ਹਾਂ, ਮੇਰੇ ਦੁਆਰਾ ਇੰਨੇ ਮੁਰਦੇ ਜਿੰਦਾ ਹੋਏ, ਮੇਰੇ ਦੁਆਰਾ ਕੈਂਸਰ ਠੀਕ ਹੋਏ, ਮੇਰੇ ਦੁਆਰਾ ਲੰਗੜੇ ਠੀਕ ਹੋਏ, ਇਹ ਹੋਇਆ। ਉਹਨਾਂ ਦੇ ਸਾਹਮਣੇ ਬਸ ਉਹ ਚੁੱਪ ਕਰਕੇ ਬੈਠਾ ਰਿਹਾ, ਚੁੱਪ ਕਰਕੇ ਉਸੇ ਧੂਣੀ ਤੇ ਬੈਠਾ ਰਿਹਾ। ਹਾਲੇਲੂਇਆ। ਹੱਲਿਆ ਨਹੀਂ ਉੱਥੋਂ। ਲੋਕੀ ਡਿੱਕਣ ਲੱਗ ਗਏ। ਤੁਹਾਨੂੰ ਪਤਾ, ਤੁਸੀਂ ਜਦੋਂ ਕਸ਼ਟ ਚੁੰਨੇ ਹੋ ਕੀ ਕਰ ਰਹੇ ਸੀ ਲੋਕ ਇੱਥੇ? ਤੁਹਾਨੂੰ ਪਤਾ ਕੀ ਕਰ ਰਹੇ ਸੀਗੇ? 6ਵੀਂ आयत कहती है परंतु वे बाट जोहते थे कि वह सूझ जाएगा और एकाएक गिर के मर जाएगा। हालेलुया। जो तुम कष्ट चाहते हो ना, जो तुहाडे सट वजदी है, कोई तुहानू आके डिसिप्लिन नहीं दूगा, तुहानू आके गोली नहीं दूगा, तुहाडे कोई मलहम नहीं मिलूगा आके, वो आखूगा लै वधिया हो गया, इहदे नाल तां ही होना चाहिदा सीगा।
ਹਾਲੇਲੂਇਆ। ਪੌਲਸ ਨੂੰ ਸੱਪ ਖਾ ਗਿਆ, ਕਿਸੇ ਨੇ ਆ ਕੇ ਜੜੀ ਬੂਟੀ ਨਹੀਂ ਟਾਪੂ ਤੋਂ ਲਿਆ ਕੇ ਦਿੱਤੀ ਉਸ ਨੂੰ ਵੀ ਸੱਪ ਦਾ ਜ਼ਹਿਰ ਉਤਰ ਜਾਵੇ, ਕਿਸੇ ਨੇ ਆ ਕੇ ਉਹਦੇ ਮਲਹਮ ਨਹੀਂ ਮਲੀ, ਕਿਸੇ ਨੇ ਆ ਕੇ ਫੜਿਆ ਨਹੀਂ ਉਸ ਨੂੰ ਆ ਕੇ, ਹਾਲੇਲੂਇਆ। ਉਸ ਨੂੰ ਆ ਕੇ ਫੜਿਆ ਨਹੀਂ ਗਾ, ਉਹਨੂੰ ਤਸੱਲੀ ਨਹੀਂ ਦਿੱਤੀ ਗਈ ਆ ਕੇ, ਜਾਂ ਕੋਈ ਹੱਥ ਤੇ ਖਾਦਾ ਤਾਂ ਇੱਥੇ ਆ ਕੇ ਪੱਟੀ ਨਹੀਂ ਬੰਨੀ ਵੀ ਜ਼ਹਿਰ ਅੱਗੇ ਨਾ ਤੁਰੇ। ਕੀ ਕਰਨ ਲੱਗੇ? ਡੀਕਣ ਲੱਗੇ ਵੀ ਹੁਣ ਸੁੱਜ ਕੇ ਡਿੱਗ ਕੇ ਤੇ ਮਰ ਜਾਊਗਾ, ਹਾਲੇਲੂਇਆ। ਜਦੋਂ ਮਸੀਹ 'ਚ ਤੁਸੀਂ ਆ ਜਾਂਦੇ ਹੋ ਤਾਂ ਤੁਹਾਡੇ ਵਾਸਤੇ ਲੋਕ ਇਹੀ ਉਮੀਦ ਕਰਦੇ ਆ, ਜੋ ਤੁਹਾਨੂੰ ਵੱਧਦਾ ਵੇਖਦੇ ਆ, ਜੋ ਤੁਹਾਨੂੰ ਵੱਧਦਾ ਵੇਖਦੇ ਆ, ਤੁਹਾਨੂੰ ਪਵਿੱਤਰ ਆਤਮਾ ਦੇ ਫਲਾਂ 'ਚ ਵਾਧਾ ਵੇਖਦੇ ਆ, ਤੁਹਾਨੂੰ ਆਸ਼ੀਸ਼ਾਂ ਬਰਕਤਾਂ ਦੇ ਵਿੱਚ ਵਾਧਾ ਵੇਖਦੇ ਆ। ਤੁਹਾਡੇ ਇੱਕ ਕਮਰਾ ਸਾਡੇ ਵਾਂਗੂ ਹੁੰਦਾ ਸੀਗਾ, ਉਹਨਾਂ ਦੇ ਵਿੱਚ ਰਹਿ ਰਹੇ ਨੇ, ਉਹ ਬਰਕਤਾਂ ਦੇ ਵਿੱਚ ਵਾਧਾ ਵੇਖਦੇ ਆ, ਪਵਿੱਤਰ ਆਤਮਾ ਦੇ ਫਲਾਂ 'ਚ ਵਾਧਾ ਵੇਖਦੇ ਆ। ਤੁਸੀਂ ਕੱਲ ਤੱਕ ਲੜਾਈਆਂ ਕਰਦੇ ਸੀ, ਅੱਜ ਤੁਸੀਂ ਲੜਾਈਆਂ ਨਹੀਂ ਕਰਦੇ, ਉਹਨਾਂ ਗੁਣਾਂ ਦੇ ਵਿੱਚ ਵਾਧਾ ਵੇਖਦੇ ਹੈਗੇ ਆ। ਕੱਲ ਤੱਕ ਤੁਸੀਂ ਦੂਸਰਿਆਂ ਨੂੰ ਨਫ਼ਰਤ ਕਰਦੇ ਸੀਗੇ, ਅੱਜ ਤੁਸੀਂ ਪ੍ਰੇਮ ਕਰਦੇ ਹੋ, ਉਹਨਾਂ ਗੁਣਾਂ ਦੇ ਵਿੱਚ ਵਾਧਾ ਵੇਖਦੇ ਆ। ਫਿਰ ਲੋਕੀ ਕਹਿਣ ਲੱਗਦੇ ਤਾਂ ਮਸੀਹ ਲੋਕ ਹੈ। ਤੁਹਾਡੀ ਪਹਿਚਾਨ ਉਹਨਾਂ ਦੇ ਵਿੱਚ ਕੀ ਬਣ ਜਾਂਦੀ ਹੈ ਕਿ ਇਹ ਮਸੀਹ ਲੋਕਾਂ 'ਚ ਲੜਦੇ, ਇਹ ਮਸੀਹ ਲੋਕਾਂ ਨੂੰ ਬਿਮਾਰੀ ਲੱਗਦੀ, ਇਹਨਾਂ ਦੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ 24 ਘੰਟੇ। ਇਹ ਉਕਾਬਾਂ ਵਾਂਗੂ ਉੱਡਣ ਵਾਲੇ ਲੋਕ ਹੈਗੇ ਆ, ਇਹ ਹਮੇਸ਼ਾ ਹੱਸਦੇ ਰਹਿੰਦੇ ਆ, ਪ੍ਰੇਮ ਨਾਲ ਬੁਲਾਉਂਦੇ ਆ। ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਲੋਕ ਤੁਹਾਡੇ ਵਿੱਚ ਵੇਖ ਲੈਂਦੇ ਆ, ਹਾਲੇਲੂਇਆ। ਇਹ ਸਾਰੀਆਂ ਆਸ਼ੀਸ਼ਾਂ ਵੇਖਣ ਤੋਂ ਬਾਅਦ ਫਿਰ ਉਹ ਕੀ ਬਾਤ ਚਾਹੁੰਦੇ ਆ ਕਿ ਇਹ ਡਿੱਗ ਜੂਗਾ ਤੇ ਮਰ, ਇਹ ਡਿੱਗ ਜੂਗਾ ਤੇ ਸੁੱਜ, ਡਿੱਕਣ ਲੱਗ ਜਾਂਦੇ, ਤੁਹਾਡੇ ਪਤਨ ਦਾ ਇੰਤਜ਼ਾਰ ਕਰਨ ਲੱਗ ਜਾਂਦੇ ਆ ਵੀ ਖਤਮ ਹੋ ਜਾਂਦੇ। ਲੇਕਿਨ ਪਰਮੇਸ਼ਰ ਕਹਿੰਦਾ ਤੂੰ ਗਲਤ ਪ੍ਰਾਰਥਨਾ ਨਾ ਕਰ। ਕੀ ਨਾ ਕਰ? ਗਲਤ ਪ੍ਰਾਰਥਨਾ ਨਾ ਕਰ। ਕਹਿੰਦਾ ਮੈਂ ਤੇਰੇ ਦੁਸ਼ਮਣਾਂ ਦੇ ਸਾਹਮਣੇ ਤੇਰੇ ਲਈ ਕੀ ਵਿਛਾਉਣਾ, ਤੂੰ ਉਹਨਾਂ ਦੇ ਨਾਸ਼ ਦੀ ਪ੍ਰਾਰਥਨਾ ਨਾ ਕਰ। ਤਾਂ ਯਿਸੂ ਮਸੀਹ ਨੇ ਆਖਿਆ, ਕਹਿੰਦਾ ਆਪਦੇ ਦੁਸ਼ਮਣ ਨੂੰ ਮਾਫ ਕਰ ਦਿਓ, ਜੇ ਤੁਸੀਂ ਮਾਫ ਕਰ ਦਿਓ ਤਾਂ ਉਹਦੇ ਸਿਰ ਦੇ ਉੱਤੇ ਅੰਗਿਆਰਾਂ ਦਾ ਢੇਰ ਲਾ ਦੋਗੇ। ਦੁਸ਼ਮਣ ਕੌਣ ਹੈ? ਐਂ ਕਿ ਆਤਮਾਵਾਂ ਨੂੰ ਮਾਫ ਕਰ ਦਿਓ? ਨਹੀਂ, ਲੋਕਾਂ ਦੇ ਵਿੱਚ ਦੀ ਕੰਮ ਕਰਦਾ ਸ਼ੈਤਾਨ, ਹਾਲੇਲੂਇਆ। ਮੈਂ ਜੇ ਇੱਕ ਵੀ ਗੱਲ ਨਹੀਂ ਛੁਪਾਊਂਗਾ ਤੁਹਾਡੇ ਕੋਲੋਂ। ਪ੍ਰਕਾਸ਼ ਦੀ ਪੋਥੀ ਦੇ ਵਿੱਚ ਕਹਿੰਦਾ ਜਿਸ ਤਰ੍ਹਾਂ ਕੁੱਤਾ ਆਪਦੀ ਉਲਟੀ ਨੂੰ ਚੱਟ ਲੈਂਦਾ ਹੈ, ਜਿਸ ਤਰ੍ਹਾਂ ਨਾਤੀ ਧੋਤੀ ਸੂਰਨੀ ਵਾਪਸ ਗਟਰ 'ਚ ਪਹੁੰਚ ਜਾਂਦੀ ਹੈ, ਉਸੇ ਤਰ੍ਹਾਂ ਇੱਕ ਇਹੋ ਜਿਹੇ ਮਨੁੱਖ ਦੀ ਤੁਲਨਾ ਕੀਤੀ ਗਈ ਹੈ ਜਿਹੜਾ ਵਚਨ 'ਚ ਪਹਿਲਾਂ ਮੰਨਦਾ, ਬਾਅਦ ਛੱਡ ਦਿੰਦਾ, ਵਾਪਸ ਲੌਟਣ ਵਾਲਾ ਹੋ ਜਾਂਦਾ, ਹਾਲੇਲੂਇਆ। ਪੁਰਾਣੀ ਜ਼ਿੰਦਗੀ ਚਲਾ ਜਾਣਾ। ਕਿੰਨੇ ਲੋਕ ਸਮਝ ਰਹੇ ਮੇਰੀ ਗੱਲ ਨੂੰ? ਕੀ ਕਰਨਾ ਹੈ? ਝਿੜਕ ਦਿਓ ਜੇ ਇਸ ਤੋਂ ਪਹਿਲਾਂ ਕਿ ਉਹਦਾ ਜ਼ਹਿਰ ਤੁਹਾਡੇ ਦਿਮਾਗ ਦੇ ਵਿੱਚ ਵੜ ਜਾਵੇ, ਝਿੜਕ ਦਿਓ, ਹਾਲੇਲੂਇਆ। ਇਸ ਤੋਂ ਪਹਿਲਾਂ ਕਿ ਤੁਹਾਡਾ ਹੱਥ ਸੁੱਜ ਜੇ, ਝਿੜਕ ਦਿਓ। ਇਸ ਤੋਂ ਪਹਿਲਾਂ ਕਿ ਤੁਸੀਂ ਜਾ ਕੇ ਬਹਿਸ ਕਰੋ ਕਿਸੇ ਨਾਲ, ਝਿੜਕ ਦਿਓ, ਝੜਕਾ ਦਿਓ, ਹਾਲੇਲੂਇਆ। ਸੱਪ ਕੌਣ ਹੈ? ਸਾਰਿਆਂ ਨੂੰ ਪਤਾ ਸੱਪ ਕੌਣ ਹੈ? ਝਿੜਕ ਦਿਓ। ਪੌਲਸ ਨੇ ਲਮਕਾਈ ਨਹੀਂ ਰੱਖਿਆ, ਉਹਨੂੰ ਖਾ ਲਿਆ ਕੋਈ ਗੱਲ ਨਹੀਂ, ਪਰ ਵੱਢੂਗਾ ਜ਼ਰੂਰ ਤੁਹਾਨੂੰ ਸ਼ੈਤਾਨ, ਇਹ ਗੱਲ ਪੱਕੀ ਹੈਗੀ ਹੈ। ਕੱਟੂਗਾ ਜ਼ਰੂਰ ਫਣ ਮਾਰੂਗਾ ਤੁਹਾਡੇ ਉੱਤੇ, ਜ਼ਹਿਰ ਵੀ ਪਾਉਣ ਦੀ ਕੋਸ਼ਿਸ਼ ਕਰੋ, ਪਰ ਤੁਹਾਡਾ ਕੁਝ ਵੀ ਵਿਗੜੇਗਾ ਨਹੀਂ ਹੈ, ਹਾਲੇਲੂਇਆ। ਵੱਢੂਗਾ ਜ਼ਰੂਰ, ਲੇਕਿਨ ਤੁਹਾਨੂੰ ਝਿੜਕਣਾ ਆਉਣਾ ਚਾਹੀਦਾ, ਝਿੜਕਾਉਣਾ ਆਉਣਾ ਚਾਹੀਦਾ। ਫਾਲਤੂ ਦੀਆਂ ਗੱਲਾਂ ਕੀ ਕਰਨੀਆਂ ਹੋਣੀਆਂ ਚਾਹੀਦੀਆਂ? ਫਾਲਤੂ ਦੇ ਖਿਆਲ ਝਿੜਕਾਉਣੇ ਹੋਣੇ ਚਾਹੀਦੇ ਆ। ਫਾਲਤੂ ਦੇ ਲੋਕਾਂ ਨੂੰ ਆਪਣੇ 2 ਜਾਂ 3 ਵਾਰੀ ਸੁਸਮਾਚਾਰ ਸੁਣਾ ਕੇ ਉਹਨਾਂ ਨੂੰ ਝਿੜਕਾਉਣਾ ਆਉਣਾ ਚਾਹੀਦਾ ਹੈ। ਉਹਨਾਂ ਦੇ ਵਿੱਚ ਬਾਈਬਲ ਕਹਿੰਦੀ ਹੈ ਵਿਸ਼ਵਾਸੀਆਂ ਦੇ ਨਾਲ ਉਹਨਾਂ ਦੇ ਜੂੜੇ ਦੇ ਵਿੱਚ ਨਾ ਜੁੱਤੋ। ਜੂੜਾ ਮਤਲਬ ਕਿਹਨੂੰ ਕਹਿੰਦੇ ਆ? ਜਿਨ੍ਹਾਂ ਦੇ ਬਲਦ ਗੱਡਾ ਉਹਨਾਂ ਨੂੰ ਪਤਾ ਜੂੜਾ ਕਿਹਨੂੰ ਕਹਿੰਦੇ ਆ। ਜੂੜਾ ਜਦੋਂ ਬਲਦ ਦੇ ਕਮਰ ਦੇ ਤੇ ਰੱਖ ਜਾਂਦੇ ਤਾਂ ਉਹ ਬੋਝ ਢੋਂਦਾ ਬਲਦ ਸਾਰੀ ਉਮਰ। ਬਲਦ ਕਾਹਦੇ ਵਾਸਤੇ ਰੱਖਦੇ ਆ? ਬਲਦ ਨੂੰ ਆਪਾਂ ਪੱਠੇ ਚਾਰੇ ਵਾਸਤੇ ਰੱਖਦੇ, ਸ਼ੌਂਕ ਨਾਲ ਕੋਈ ਨਹੀਂ ਰੱਖਦਾ ਬਲਦ ਨੂੰ, ਹਾਲੇਲੂਇਆ। ਉਹਨਾਂ ਦੇ ਨਾਲ ਉਹ ਜਿਹੜਾ ਜੂੜਾ ਚੱਕੀ ਉਹਦੇ ਉਹਨਾਂ ਦੇ ਨਾਲ ਨਾ ਕਰੋ, ਕਹਿੰਦਾ ਉਹਨਾਂ ਦੇ ਸਾਥ ਨਾ ਚੱਲੋ, ਹਾਲੇਲੂਇਆ। ਮੈਂ ਤਾਂ ਸੇਵਾ 'ਚ ਨਿਕਲਿਆ ਸੀਗਾ ਪ੍ਰਭੂ ਜੀ, ਪਹਿਲਾਂ ਮੇਰਾ ਜਹਾਜ਼ ਟੁੱਟ ਗਿਆ ਤੇ ਹੁਣ ਮੈਨੂੰ ਸੱਪ ਨੇ ਖਾ ਲਿਆ, ਹਾਲੇਲੂਇਆ। ਤੁਹਾਡੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਹੋਣਗੇ ਜਿਹੜੇ ਮਸੀਹ 'ਚ ਆਉਣ ਤੋਂ ਬਾਅਦ ਵੀ ਤੁਹਾਡੇ ਉੱਤੇ ਬੜੇ ਕਸ਼ਟ ਵੀ ਆਏ ਸੀਗੇ। ਆਏ ਸੀ ਨਾ? ਆਏ ਸੀ? ਹੱਥ ਖੜੇ ਕਰੋ, ਹਾਲੇਲੂਇਆ। ਇਹ ਜੀ ਕਿਹੜੀ ਪਾਵਰ ਸੀ ਜਿਹੜੇ ਤੁਹਾਡੇ ਵਿਸ਼ਵਾਸ ਨੂੰ ਬਣਾਈ ਰੱਖੀ? ਪਰਮੇਸ਼ਰ ਦੀ ਪਾਵਰ ਸੀ, ਪਰਮੇਸ਼ਰ ਦੀ ਸ਼ਕਤੀ ਸੀ, ਹਾਲੇਲੂਇਆ। ਤੁਹਾਨੂੰ ਟੁੱਟਣ ਉਹਨੇ ਨਹੀਂ ਦਿੱਤਾ। ਕਿਸੇ ਟਾਪੂ ਤੋਂ ਮਰਨ ਵਾਸਤੇ ਤੁਹਾਨੂੰ ਨਹੀਂ ਚੁਣਿਆ ਉਸਨੇ, ਹਾਲੇਲੂਇਆ। ਕਿਸੇ ਸਮੁੰਦਰ ਦੇ ਵਿਚਾਲੇ ਕਿਸੇ ਸੁੱਕੀ ਜਗ੍ਹਾ ਤੇ ਫਸ ਕੇ ਰਹਿਣ ਵਾਸਤੇ ਉਹਨੇ ਨਹੀਂ ਤੁਹਾਨੂੰ ਬੁਲਾਇਆ ਹੈਗਾ, ਹਾਲੇਲੂਇਆ। ਪੌਲਸ ਤੁਰਿਆ ਕਾਹਦੇ ਕਿੱਥੇ ਜਾਣ ਵਾਸਤੇ? ਰੋਮ। ਉਹਨੂੰ ਵਿਸ਼ਵਾਸ ਸੀਗਾ ਪ੍ਰਭੂ ਨੇ ਮੈਨੂੰ ਕਿਹਾ ਵੀ ਤੂੰ ਰੋਮ ਜਾ। ਕਿਹਨੇ ਕਿਹਾ ਮੈਨੂੰ? ਪ੍ਰਭੂ ਨੇ ਮੈਨੂੰ ਕਿਹਾ, ਕਹਿੰਦਾ ਤੂੰ ਰੋਮ ਜਾ, ਮੈਂ ਇਸ ਟਾਪੂ ਤੇ ਨਹੀਂ ਮਰੂੰਗਾ, ਮੈਂ ਇਸ ਸਮੁੰਦਰ ਤੇ ਨਹੀਂ ਮਰੂੰਗਾ, ਇਹ ਸੱਪ ਦਾ ਜ਼ਹਿਰ ਮੈਨੂੰ ਨਹੀਂ ਚੜੂਗਾ, ਹਾਲੇਲੂਇਆ। ਇਹ ਸੱਪ ਦਾ ਜ਼ਹਿਰ ਮੇਰੇ ਵਿੱਚ ਕੰਮ ਨਹੀਂ ਕਰੂਗਾ, ਕਿਉਂਕਿ ਪਰਮੇਸ਼ਵਰ ਨੇ ਮੈਨੂੰ ਆਖਿਆ ਹੈ, ਪਰਮੇਸ਼ਵਰ ਨੇ ਮੈਨੂੰ ਆਖਿਆ ਹੈ, ਬੋਲੋ ਹਾਲੇਲੂਇਆ। ਪਰਮੇਸ਼ਵਰ ਨੇ ਮੈਨੂੰ ਆਖਿਆ, ਕਹਿੰਦਾ ਰੋਮ ਜਾ। ਕਿੱਥੇ ਜਾ? ਰੋਮ ਜਾ। ਤੁਹਾਨੂੰ ਪਰਮੇਸ਼ਵਰ ਨੇ ਆਖਿਆ, ਕਹਿੰਦਾ ਸਵਰਗ ਜਾ। ਕਿੱਥੇ ਜਾ? ਧਰਤੀ ਦੇ ਉੱਤੇ ਨਾਸ਼ ਨਹੀਂ ਹੋਗੇ ਤੁਸੀਂ, ਹਾਲੇਲੂਇਆ। ਹੋ ਸਕਦਾ ਤੁਹਾਡੀ ਫੈਮਿਲੀ ਦੇ ਵਿੱਚ ਇੱਕ ਪਰਿਵਾਰ ਚੁਣਿਆ ਗਿਆ, ਇੱਕ ਨਹੀਂ ਰਹੋਗੇ ਤੁਸੀਂ, ਹਾਲੇਲੂਇਆ। ਇੱਕ ਰਹਿਣ ਵਾਸਤੇ ਨਹੀਂ ਚੁਣਿਆ। ਇਹ ਪਰਮੇਸ਼ਰ ਦੀ ਯੋਜਨਾ ਨਹੀਂ ਹੋ ਸਕਦੀ। ਪਰਮੇਸ਼ਰ ਦੀ ਯੋਜਨਾ ਸਾਡੀ ਸਮਝ ਤੋਂ ਪਰੇ ਹੈਗੀ ਹੈ, ਹਾਲੇਲੂਇਆ। ਇੱਕ ਹਿੰਟ ਤੁਹਾਡੇ ਵਿੱਚ ਪਾ ਦਿੰਦਾ, ਉਹ ਹਿੰਟ ਦੇ ਦਿੰਦਾ ਕਿ ਮੈਂ ਤੁਹਾਨੂੰ ਚੁਣਿਆ ਤੇ ਤੁਹਾਨੂੰ ਮੈਂ ਠਹਿਰਾਇਆ, ਤੁਹਾਨੂੰ ਨਿਯੁਕਤ ਕੀਤਾ, ਤੁਹਾਨੂੰ ਮਨੁੱਖਾਂ ਨੇ ਨਿਯੁਕਤ ਨਹੀਂ ਕੀਤਾ, ਹਾਲੇਲੂਇਆ। ਪੌਲਸ ਨੂੰ ਪਰਮੇਸ਼ਰ ਨੇ ਕਿਹਾ, ਕਹਿੰਦਾ ਤੂੰ ਰੋਮ ਜਾਣ ਲਈ ਚੁਣਿਆ ਹੈਗਾ, ਤੈਨੂੰ ਰੋਮ ਮੈਂ ਪਹੁੰਚਾਊਂਗਾ, ਤੂੰ ਮਾਲਟਾ ਦਵੀਪ ਦੇ ਉੱਤੇ ਮਰੇਗਾ ਨਹੀਂ, ਤੂੰ ਇਸ ਦੀਪ ਦੇ ਉੱਤੇ ਮਰਨ ਵਾਲਾ ਨਹੀਂ ਹੈ। ਫਿਰ ਭਾਵੇਂ ਸੱਪ ਖਾਈ ਜਾਵੇ ਤੇ ਭਾਵੇਂ ਅਜਗਰ ਖਾਈ ਜਾਵੇ, ਕੋਈ ਫਰਕ। ਕੋਈ ਸਮੁੰਦਰ ਦੇ ਵਿੱਚ ਛੱਡ ਦੇ ਸਾਨੂੰ ਤੇ ਚਾਹੇ ਕੋਈ ਦੀਪ ਤੇ ਛੱਡ ਕੇ ਜਾਣ ਦੀ ਗੱਲਾਂ ਕਰੇ, ਹਾਲੇਲੂਇਆ। ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਧਿਆਨ ਨਾਲ ਸੁਣੋ ਮੇਰੀ ਗੱਲ ਨੂੰ। ਤੁਹਾਡੀ ਜ਼ਿੰਦਗੀ 'ਚ ਅਗਰ ਕਸ਼ਟ ਆਉਂਦੇ ਆ,
ਉਹਦੇ ਪਿੱਛੇ ਐਡੀ ਵੱਡੀ ਯੋਜਨਾ ਹੈ ਪਰਮੇਸ਼ਵਰ ਦੀ। ਅੱਜ ਮੈਂ ਤੁਹਾਨੂੰ ਵਚਨ ਦੇ ਰਾਹੀਂ ਸਿਖਾਊਂਗਾ। जो ਤੁਹਾਡੇ ਤੇ ਕਸ਼ਟ ਆਉਣਗੇ ਤੁਹਾਨੂੰ ਇਹ ਵਚਨ ਹਮੇਸ਼ਾ ਯਾਦ ਆਉਣਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਇਸ ਤੋਂ ਬਾਅਦ ਕੁਝ ਅੱਛਾ ਹੋਣ ਵਾਲਾ ਹੈ, ਇਸ ਤੋਂ ਬਾਅਦ ਬਹੁਤ ਵਧੀਆ ਹੋਣ ਵਾਲਾ ਹੈ। ਹਾਲੇਲੂਇਆ। ਇਸ ਤੋਂ ਬਾਅਦ ਬਹੁਤ ਵਧੀਆ ਹੋਣ ਵਾਲਾ, ਇਸ ਤੋਂ ਬਾਅਦ ਮੇਰੇ ਲਈ ਬਹੁਤ ਵੱਡਾ ਇਨਾਮ ਰੱਖਿਆ ਹੈ, ਇਸ ਤੋਂ ਬਾਅਦ ਮੇਰੇ ਲਈ ਬਹੁਤ ਵੱਡੀ ਖੁਸ਼ੀ ਦਾ ਕਾਰਨ ਮੇਰੇ ਲਈ ਆ ਜਿਹੜਾ ਰੋਣਾ ਮੇਰਾ ਹੱਸਣ ਦੇ ਵਿੱਚ ਬਦਲਣ ਵਾਲਾ ਹੈ। ਹਾਲੇਲੂਇਆ। मैं ਤੁਹਾਡੇ ਲਈ वचन पढ़ना है। इस तो आगे 7वीं है, ध्यान नाल सुननी, तुसीं बाइबल 'ਚ ध्यान नहीं रखना, इधर ही रखना मेरे वाल। उस जगह के आसपास उस टापू के प्रधान पुबलियुस की भूमि थी। उसने हमें अपने घर ले जाकर 3 दिन मित्र भाव से पहुनाई की। पुबलियुस का पिता ज्वर और आम लहू से रोगी पड़ा था। जब ऐसा हुआ तो द्वीप के पौलुस ने उसके पास घर में जाकर प्रार्थना की और उस पर हाथ रखे और वह चंगा हो गया। उससे द्वीप देवते जब ऐसा हुआ तो उस द्वीप के बाकी बीमार आए और चंगे किए गए। उन्होंने हमारा बहुत आदर किया और जब हम चलने लगे तो जो कुछ हमारे लिए आवश्यक था जहाज पर रख दिया। हालेलुया। पहला शिप रैक हुआ, जहाज टूट गया, फिर सप खा गया, फिर पता लगा भी इन्होंने सप खा गया फिर भी मरिया नहीं गा। तो उदों बाद फिर उस जहाज का जो टापू का सरदार सी ना, उस जमीन जी सुक्की सी समुद्र के विचाले उसने बुला लिया, कहता इन्हूं खाने ते बुलाओ। उत्थे उहदा प्यो बैठा सी बीमार। टापू के सरदार ने आखना कहना बहुत इलाज करा लिया, बड़ियां जड़ियां बूटियां ला लियां, जी ठीक नहीं होयागा। हो सकता पौलुस हस्या हो उस टाइम, है ना, हस्या होगा ना, उन्होंने सारी कहानी समझ आ गई होनी। हालेलुया। दोनों हाथ उठा के बोलो हालेलुया। तो सप खाण तो बचन तो बाद 3 दिन बाद उस टापू के सरदार ने आपके घरे खाने ते बुलाया। तो फिर प्यो जो आ गया, खाना खाते खाते प्यो आ गया। तुम सोचो खाना चल रहा तो प्यो आ गया। तो पौलुस ने कहा इहनूं की हो गया? उन्हें आख्या कहता इहदा इलाज नहीं, कहता बड़ा बीमार है। बाइबल च लिखा है 9वीं अध्याय विच 8वीं 9वीं अध्याय विच इहदा इलाज नहीं गा, बीमार है। पौलुस उदों जरूर हस्या होगा। हालेलुया। उन्होंने याद होया कि वो कारण सीगा, मेरा जहाज टुटण का भी एक कारण सीगा, समुद्र च तूफान आने का भी एक कारण सीगा। हालेलुया। समुद्र च तूफान आने का भी कारण सीगा, समुद्र के तूफान आने का भी कारण सीगा, सप ने मैनू खा लिया उसका भी एक कारण सीगा। हालेलुया। हालेलुया। हो सकता है साडी जिंदगी च बड़े दुख या कष्ट आउंदे होण पर उन्हां दा एक कारण है। हालेलुया। पौलुस नूं पता समझ ला सी गल। पौलुस ने आख्या एक कारण सीगा मेरे इत्थे आउण दा। हालेलुया। ਉਹਦਾ भी एक कारण सीगा। सारे कासे का की हुंदा एक कारण हुंदा। जदों आख्या मेरा प्यो बीमार है, पौलुस ने आख्या की आख्या पौलुस ने आख्या कहंदा ਇਹਦਾ पौलुस ने फिर की कीता, हथ रखता। हुण मेरे कोल 4 जने आ जाओ, एक वचन पढ़दा मैं, तुसीं ध्यान नाल सुनना इसनूं। तुसीं प्रार्थना नालों ज़्यादा वचन नाल आजाद होगे। बोलो हालेलुया। बाइबल सानूं कहंदी है पुबलियुस का पिता ज्वर मतलब ढिड दा पीड़ा सी, ढिड पीड़ हुंदा सी, है ना। आगे की लिखा है अतः ज्वर और आम लहू से रोगी पड़ा था और पौलुस ने उसके पास घर में जाकर प्रार्थना की और उस पर हाथ रख कर उसे चंगा किया। हालेलुया। हुण तुसीं मैनूं दसो सप किहड़े हत्थ नूं खादा सीगा? इस नूं खादा सीगा। हालेलुया। कहंदा ढिड ठीक हो जाए यीशु मसीह दे नाम च, बवासीर चली जाए यीशु मसीह दे नाम च। सप झिड़कता, ਜਿਹੜੇ ਹੱਥ ਨੂੰ ਸੱਪ ਖਾਤਾ ਉਹੀ ਹੱਥ ਹੁਣ ਲੋਕਾਂ ਨੂੰ ਚੰਗਾ ਕਰ ਰਿਹਾ। ਹਾਲੇਲੂਇਆ। ਹਾਲੇਲੂਇਆ। ਉਹੀ ਹੱਥ ਕਹਿੰਦਾ ਹਾਲੇਲੂਇਆ। ਉਹੀ ਸੇਮ ਹੱਥ ਜਿਹੜੇ ਤੇ ਸੱਪ ਲੌਕ ਗਿਆ ਸੀਗਾ, ਜਿਹਦੇ ਤੇ ਸੱਪ ਲੌਕ ਗਿਆ ਸੀਗਾ, ਜਿਹਨੂੰ ਸੱਪ ਨੇ ਡਸ ਲਿਆ ਸੀਗਾ, ਜਿਹਦੀ ਬਚਣ ਦੀ ਉਮੀਦ ਨਹੀਂ ਸੀਗੀ, ਜਿਹੜਾ ਹੱਥ ਜੇ ਲੋਕ ਡੀਕ ਰਹੇ ਸੀ ਵੀ ਸੱਤ ਸੁੱਜ ਜਾਊਗਾ, ਉਹੀ ਹੱਥ ਹੁਣ ਕੀ ਕਰ ਰਿਹਾ 3 ਦਿਨਾਂ ਬਾਅਦ ਚੰਗਾ। ਅੱਗੇ ਕੀ ਲਿਖਿਆ ਧਿਆਨ ਨਾਲ ਸੁਣੋ। ਅੱਗੇ ਲਿਖਿਆ ਹੈ जब ऐसा हुआ तो उस द्वीप के बाकी बीमार आए और चंगे किए गए। हालेलुया। हालेलुया। एक तो शुरुआत हुई, फिर पौलुस होर भी हस्या होना, फिर 5 आए, फिर 10 आए, जेडे हत्थे सप खादा वही हुण सिरां ते रखे जा रहे हैं। हालेलुया। ते ठीक हो रहे हैं। हालेलुया। हालेलुया। हुण पौलुस जिवें जिवें हत्थ सिर ते रख रहा है, उन्होंने समझ आ रही है भी समुद्र दे विच तूफान क्यों आया, उन्होंने समझ आ रही है भी मेरा जहाज क्यों टुट गया, उन्होंने समझ आ रही है मैनूं सप क्यों खाता, उन्होंने समझ आ रही है मैं लकड़ां ठीक करी जांदा सीगा फिर भी मैनूं सप क्यों खाता। अगर सप ना खांदा तो चमत्कार भी नहीं होना सीगा। अगर सप ना खांदा तो चमत्कार नहीं होना सीगा। ते कोले जेडे लोग बैठे थे जेडे कह रहे थे सप खा गया, जहाज भी इहदी वजह नाल टुटिया, जहाज भी इहदी वजह नाल टुटिया गया, सप खा गया, ये तो हत्यारा है, मर्डरर है, कोई लोग उन्होंने देवता नहीं कहते सी। अगर वो चमत्कार ना होंदा, अगर वो चमत्कार ना होंदा तो टापू के सरदार दा प्यो ठीक नहीं होना सीगा। हालेलुया। अगर वो चमत्कार नहीं होंदा, सप ना खांदा, वो समुद्र का जहाज ना टुटदा, अगर वो कष्ट दे विच होके ना जांदा तो उस टापू दे विच जिन्ने लोग सीगे वो चंगे नहीं हुंदे। हालेलुया। हालेलुया। बोलो हालेलुया। रीजन है तुहाडे, रीजन है तुहाडे कष्टां दे विच निकलण दा एक रीजन है। सोने दा अग दे विच दी निकलना बहुत ज़्यादा जरूरी है, पर तुसीं इहदा मतलब ये नहीं है कि तुसीं लोहे हो, तुसीं सोने हो। हालेलुया। 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 लोकां दे ओपीनियन नूं की करना है, लोकां दीयां गल्लां नूं
ਇਹ ਤਾਂ ਮਸੀਹ ਹੈ, ਇਹ ਤੇ ਕਸ਼ਟ ਕਿਵੇਂ ਹੋਇਆ? ਪਿਓ ਵੀ ਮਰ ਗਿਆ, ਪਹਿਲਾਂ ਘਰ ਵਾਲੀ ਵੀ ਮਰ ਗਈ, ਹੈ ਨਾ? ਇਹੋ ਜਿਹੀਆਂ ਗੱਲਾਂ ਝਿੜਕ ਦਿਓ। ਦੋਸ਼ ਲੱਗ ਰਿਹਾ, ਲੋਕੀ ਲੱਗ ਰਿਹਾ ਨਾ। ਯਿਸੂ ਮਸੀਹ ਨੇ ਜਿਹਨਾਂ ਨੂੰ ਚੰਗਾ ਕੀਤਾ ਸੀ ਉਹ ਕਹਿੰਦੇ ਕਰੂਸ ਤੇ ਚੜਾ ਦਿਓ ਉਹਨੂੰ। ਹਾਲੇਲੂਇਆ, ਹਾਲੇਲੂਇਆ। ਜਿਹੜੇ ਪਾਸਟਰ ਜੀ ਦੇ ਹੱਥ ਰੱਖਣਾ ਚੰਗਿਆਈ ਮਿਲਦੀ ਹੈ, ਉਹ ਕਹਿੰਦਾ ਬੇਕਾਰ ਬੰਦਾ ਹੈ। ਇਹ ਨਹੀਂ, ਇਹ ਇਰਾਦਾ, ਇਹ ਦਾਸ ਇਹੋ ਜਿਹੇ ਥੋੜੀ ਹੁੰਦੇ ਆ। ਦਾਸ ਤਾਂ ਬਹੁਤ ਹੁੰਦੇ ਆ, ਉਹ ਹੁੰਦੇ ਆ, ਵਾਹ ਹੁੰਦੇ ਆ। ਪੌਲੁਸ ਨੇ ਇੱਕ ਵਾਰੀ ਵੀ ਐਕਸਪਲੇਨ ਨਹੀਂ ਕੀਤੀ ਗੱਲ। ਪੌਲੁਸ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਮੈਂ ਠੀਕ ਹੈ, ਮੈਂ ਚੰਗਾ, ਮੈਂ ਵਧੀਆ, ਉਹ ਸੱਪ ਖਾ ਗਿਆ ਮੈਨੂੰ, ਇਹ ਜਿਹੀਆਂ ਗੱਲਾਂ ਉਹਨੇ ਨਹੀਂ ਕੀਤੀਆਂ। ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਲੇਲੂਇਆ, ਹਾਲੇਲੂਇਆ। ਤੁਸੀਂ ਵੀ ਆਪਣੇ ਆਪ ਨੂੰ ਮਨੁੱਖਾਂ ਦੇ ਸਾਹਮਣੇ ਸਹੀ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਹਾਲੇਲੂਇਆ, ਹਾਲੇਲੂਇਆ। ਜਿਹੜੇ ਹੱਥੇ ਸੱਪ ਖਾਦਾ ਉਹਨੂੰ ਝੜਕਾਤਾ, ਇਸ ਤੋਂ ਪਹਿਲਾਂ ਕਿ ਜ਼ਹਿਰ ਉਹਦੇ ਅੰਦਰ ਫੈਲਦਾ ਉਹਨੇ ਝੜਕਾਤਾ, ਠੀਕ ਹੋ ਗਿਆ। ਹੁਣ ਹੱਥ ਰੱਖੇ ਜਾ ਰਿਹਾ ਸਾਰੇ ਟਾਪੂ ਦੇ ਲੋਕਾਂ ਦੇ ਉੱਤੇ, ਤੇ ਕੋਈ ਬਵਾਸੀਰ ਤੋਂ ਠੀਕ ਹੋ ਰਿਹਾ, ਕੋਈ ਢਿੱਡ ਦਰਦ ਤੋਂ ਠੀਕ ਹੋ ਰਿਹਾ, ਕੋਈ ਲੰਗੜਾ ਠੀਕ ਹੋ ਰਿਹਾ, ਕੋਈ ਅੰਨਾ ਵੇਖ ਰਿਹਾ, ਕੋਈ ਬੋਲਾ ਸੁਣ ਰਿਹਾ। ਇਹਦੀ ਕੀਮਤ ਉਹਨੂੰ ਪਤਾ ਲੱਗਦੀ ਹੈ ਜਿਹੜੇ ਮਾਪਿਓ ਦਾ ਬੱਚਾ ਬੋਲਾ ਹੋਵੇ, ਅੰਨਾ ਹੋਵੇ, ਉਸ ਮਾਪੇ ਨੂੰ ਪੁੱਛ ਕੇ ਵੇਖੋ, ਪਤਾ ਲੱਗੂਗਾ ਵੀ ਮੇਰਾ ਬੱਚਾ ਬੋਲਾ ਤੇ ਮੈਨੂੰ ਕਿਹੋ ਜਿਹਾ ਲੱਗਦਾ। ਹਾਲੇਲੂਇਆ, ਹਾਲੇਲੂਇਆ। ਜਿਹਦਾ ਬੱਚਾ ਜੰਮਦਾ ਹੀ ਪੋਲੀਓ ਦਾ ਮਰੀਜ਼, ਉਸ ਮਾਪੇ ਨੂੰ ਪੁੱਛ ਕੇ ਵੇਖਿਓ ਵੀ ਉਹਨੂੰ ਕਿਹੋ ਜਿਹਾ ਦੁੱਖ ਲੱਗਦਾ। ਹਾਲੇਲੂਇਆ। ਉਸ ਚੰਗਾਈ ਦਾ ਆਨੰਦ ਤਾਂ ਉਹ ਮਾਪੇ ਮਨਾ ਸਕਦਾ ਹੈ। ਹਾਲੇਲੂਇਆ। ਲੇਕਿਨ ਮੈਨੂੰ ਪਤਾ ਤੁਸੀਂ ਉਸ ਚੀਜ਼ਾਂ ਨੂੰ ਹੁਣ ਮਹਿਸੂਸ ਕਰ ਰਹੇ ਹੋ ਆਤਮਾ ਦੇ ਵਿੱਚ। ਹਾਲੇਲੂਇਆ। ਹੁਣ ਉਹੀ ਹੱਥ ਸਾਰਾ ਜਿਹਦੇ ਸੱਪ ਖਾ ਗਿਆ, ਝੜਕਾਤਾ। ਐ ਕਰੋ, ਥੈਂਕ ਯੂ, ਐ ਕਰੋ। ਪ੍ਰਾਰਥਨਾ ਦੇ ਵਿੱਚ ਨਾ, ਜਿਹੜਾ ਮੈਨੂੰ ਡੇਗਣਾ ਚਾਹੁੰਦਾ ਚੱਲ ਥੱਲੇ, ਜਿਹੜਾ ਮੈਨੂੰ ਡਿਸਕਰੇਜ ਕਰਨਾ ਚਾਹੁੰਦਾ ਚੱਲ ਥੱਲੇ, ਜਿਹੜਾ ਮੇਰੇ 5 ਸਾਲ ਪਹਿਲਾਂ ਕੀਤੇ ਗਏ ਪਾਪ ਨੂੰ ਮੈਨੂੰ ਯਾਦ ਕਰਾ ਕੇ ਮੈਨੂੰ ਹਰਾਉਣਾ ਚਾਹੁੰਦਾ ਹੈ, ਡਿਸਕਰੇਜ। ਜਿਹੜਾ ਕੱਲ ਮੇਰਾ ਪਾਪ ਹੋਇਆ ਸੀਗਾ ਉਸ ਨੂੰ ਮੈਨੂੰ ਯਾਦ ਕਰਵਾ ਕੇ ਤੇ ਅੱਜ ਮੇਰਾ ਪੱਠਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸ਼ੈਤਾਨ ਉਹਦੇ ਰਾਹੀਂ, ਤੇ ਚੱਲ। ਹਾਲੇਲੂਇਆ। ਤੁਹਾਨੂੰ ਝੜਕਾਉਣਾ ਸਿੱਖਣਾ ਹੈ। ਮੈਂ ਸੀਰੀਅਸਲੀ ਕਰ ਰਿਹਾ, ਤੁਹਾਨੂੰ ਝੜਕਾਉਣਾ ਸਿੱਖਣਾ ਹੈ। ਹਾਲੇਲੂਇਆ। ਤੁਸੀਂ ਚੁਣੇ ਗਏ ਹੋ, ਤੁਸੀਂ। ਹਾਲੇਲੂਇਆ। ਤੁਸੀਂ ਠਹਿਰਾਏ ਗਏ ਹੋ, ਤੁਸੀਂ ਨਿਯੁਕਤ ਕੀਤੇ ਗਏ ਹੋ ਉਸ ਪਰਮੇਸ਼ਵਰ ਦੇ ਦੁਆਰਾ। ਕਿਸੇ ਬੰਦੇ ਨੇ ਨਹੀਂ ਬੁਲਾਇਆ ਤੁਹਾਨੂੰ, ਕਿਸੇ ਮਨੁੱਖ ਨੇ ਨਹੀਂ ਬੁਲਾਇਆ, ਕਿਸੇ ਬੁੱਧ ਦੇ ਨਾਲ ਤੁਸੀਂ ਰਚੇ ਨਹੀਂ ਗਏ, ਕਿਸੇ ਮਨੁੱਖ ਦੇ ਦੁਆਰਾ ਤੁਸੀਂ ਰਚੇ ਨਹੀਂ ਗਏ। ਉਸ ਪਰਮੇਸ਼ਵਰ ਨੇ ਆਪਦੇ ਹੱਥਾਂ ਨਾਲ ਰਚਿਆ ਸੀਗਾ। ਹਾਲੇਲੂਇਆ। ਇੱਕ ਵਾਰੀ ਮੈਂ ਕਿਤਾਬ ਮੀਕਾ ਦੀ ਕਿਤਾਬ ਦੇ ਵਿੱਚ ਮੈਂ ਪੜ੍ਹ ਰਿਹਾ ਸੀ, ਕਹਿੰਦਾ ਮੈਂ ਤੇਰੇ ਪਾਪਾਂ ਨੂੰ ਸਮੁੰਦਰ ਦੀ ਗਹਿਰਾਈ ਦੇ ਵਿੱਚ ਸਿੱਟ ਦੂੰਗਾ। ਹਾਲੇਲੂਇਆ। ਕਹਿੰਦਾ ਮੈਂ ਉਹਨਾਂ ਨੂੰ ਲਤਾੜ ਦੂੰਗਾ, ਤੇਰੇ ਪਾਪਾਂ ਨੂੰ ਸਾਰਿਆਂ ਨੂੰ ਕੀ ਕਰ ਦੂੰਗਾ? ਮੈਂ ਲਤੜ ਦੂੰਗਾ ਉਹਨਾਂ ਪਾਪਾਂ ਨੂੰ ਮੈਂ। ਹਾਲੇਲੂਇਆ। ਮੈਂ ਉਹਨਾਂ ਪਾਪਾਂ ਨੂੰ ਯਾਦ ਤੱਕ ਨਹੀਂ ਕਰੂੰਗਾ, ਉਹਨਾਂ ਪਾਪਾਂ ਨੂੰ ਯਾਦ ਤੱਕ ਨਹੀਂ ਕਰੂੰਗਾ। ਇਹਦਾ ਮਤਲਬ ਕੀ ਬਣਦਾ ਹੈ? ਇਹਦਾ ਮਤਲਬ ਇਹ ਨਹੀਂ ਬਣਦਾ ਕਿ ਅਸੀਂ ਬਾਰ-ਬਾਰ ਪਾਪ ਕਰੀਏ। ਹਾਲੇਲੂਇਆ, ਹਾਲੇਲੂਇਆ। ਤਾਂ ਕੀ ਕਹਦਾ ਬਾਈਬਲ, ਕੀ ਕਹਿੰਦੀ ਹੈ ਸਾਨੂੰ? ਅੱਜ ਕਸ਼ਟ ਹੈ, ਕੱਲ ਲੋਕਾਂ ਦੇ ਲਈ ਆਸ਼ੀਸ਼ ਦਾ ਕਾਰਨ ਬਣ ਜਾਓਗੇ। ਜਿਹੜੇ ਲੋਕ ਤੁਹਾਨੂੰ ਅੱਜ ਹਥਿਆਰਾ ਕਹਿੰਦੇ ਆ, ਜਿਹੜੇ ਲੋਕ ਕਹਿੰਦੇ ਆ ਵੀ ਇਹ ਬੰਦਾ ਗਲਤ ਹੈ, ਸਹੀ ਨਹੀਂਗਾ, ਅੱਜ ਮੈਂ ਜੋ ਬੋਲਿਆ ਬਾਈਬਲ ਚੋਂ ਬੋਲਿਆ, ਟੋਟਲ ਬਾਈਬਲ ਚੋਂ ਬੋਲਿਆ, ਕੀ ਬਾਈਬਲ ਚੋਂ ਬਾਹਰ ਬੋਲਿਆ ਕੁਛ? ਅੱਜ ਜਿਹੜੇ ਹਥਿਆਰਾ ਕਹਿੰਦੇ ਆ, ਅੱਜ ਜਿਹੜੇ ਤੁਹਾਨੂੰ ਕਹਿੰਦੇ ਆ ਕਿ ਇਹ ਮਸੀਹ ਹੈ ਹੀ ਨਹੀਂ, ਤਾਂ ਇਹ ਕਸ਼ਟਾਂ ਵਿੱਚ ਹੋ ਕੇ ਜਾ ਰਿਹਾ, ਕੱਲ ਤੁਹਾਨੂੰ ਦੇਵਤਾ ਕਹਿਣਗੇ ਉਹ। ਹਾਲੇਲੂਇਆ। ਕਹਿਣਗੇ ਕਿ ਨਹੀਂ ਮੈਨੂੰ ਦੱਸੋ? ਹਾਲੇਲੂਇਆ। मैं बड़ा हैरान होया, ये रेवलेशन परमेश्वर ने मैंने दिता तो मैं तुहाडे तक पहुंचाया, परंतु वे बाट जोते थे कि वह सूझ जाएगा और एकाएक गिर कर मर जाएगा। परंतु जब वे बहुत देर तक देखते रहे और देखा कि उसका कुछ भी ना बिगड़ा तो अपना विचार बदल लिया। की बदल लिया? ऐ बदल दे। 5 मिनट पहला कुछ ते 5 मिनट बाद कुछ। एक वचन पढ़ो, मलाकी 3 दी चाहांगे आपां, मलाकी 3 दी 6 ਦੇ ਲਗਭਗ ਹੋਊਗੀ। ਐ ਵਿਚਾਰ ਬਦਲਿਆ ਨਾ, ਕਿੰਨਾ ਟਾਈਮ ਲਾਉਂਦੇ ਨਾ। ਜਾਇਰ ਦੀ ਬੇਟੀ ਮਰ ਗਈ ਸੀ ਨਾ, ਬਾਹਰ ਲੋਕੀ ਕੀ ਕਰੀ ਜਾਂਦੇ ਸੀ? ਰੋਈ ਜਾਂਦੇ ਸੀਗੇ। ਯਿਸੂ ਮਸੀਹ ਐਂਟਰ ਹੋਇਆ, ਯਿਸੂ ਮਸੀਹ ਨੇ ਆਖਿਆ ਕਹਿੰਦਾ ਕਾਹਤੋਂ ਰੋਨੇ ਹੋ? ਉਹ ਤਾਂ ਸੁੱਤੀ ਪਈ ਹੈ। ਤੇ ਲਿਖਿਆ ਲੋਕੀ ਹੱਸਣ ਲੱਗ ਗਏ, ਮਜ਼ਾਕ ਉਡਾਉਣ ਲੱਗੇ, ਅੱਖਾਂ 'ਚ ਪਾਣੀ ਹੈ ਤੇ ਹੱਸ ਜਾਂਦੇ ਆ। ਕਰੋਗੇ ਲੋਕਾਂ ਦੀ ਪਰਵਾਹ? ਕਿਵੇਂ ਬਦਲਦੇ ਆ? ਐਂ ਬਦਲਦੇ ਆ, ਮਿੰਟ ਲਾਉਂਦੇ ਆ ਬਦਲਣ ਲੱਗੇ। ਇੱਕ ਆ ਜਿਹੜਾ ਨਹੀਂ ਬਦਲਦਾ। ਪੜਿਓ, क्यों जो मैं यहोवा अटल हूं, क्योंकि मैं यहोवा बदलता नहीं। होर ट्रांसलेशन च पढ़ो कोई होर। इंग्लिश च लिखा आई एम द गॉड हु चेंज नॉट। मैं वो परमेश्वर हां जिहड़ा बदलदा नहीं। इब्रानियां दी 13 दी 8 च की लिखा? यीशु मसीह अज कल युगान युग किहो जाएगा, ये ऐ नहीं बदलदा लोकां तरह। 2 मिनट पहला कहते मर्डर है, कातली है, 2 मिनट बाद कहते देवता है, इहदे वर्गा तो कोई बंदा ही नहीं। हालेलुया। आज मसीह घर दे विच कोई मदद मंगण आ गया, चीज़ तुहाडे कोले है नहीं ते तुसीं किहा साडे कोले है नहीं, बाहर जाके किहा सीगी पर दित्ती नहीं गई। अगले दिन कुछ वड्डा उन्हां दी मुसीबत च काम आ गया, उदों तां तुहाडी कीती उन्हां ने निंदा आलोचना, ते जदों तुहाडे काम आ गए। मसीह लोग बहुत चंगे हुंदे, वधिया हुंदे,
इन्हां वर्गे बंदे कोई नहीं होंगे। हालेलुया। की करना फिर? झिड़कना सीख गए ना, झिड़काउणा। पहला शैतान नूं झिड़क दो ते शैतानियां नूं झिड़का दिओ। हालेलुया। शैतान नूं की करना है? जांदा रह, ऐ कहोगे है क्यों करदा जांदा रह, ऐ ऐ ऐ भज्जू शैतान है। आत्मा है वो, की हैगा? आत्मा है। झिड़कण दा एक तरीका हुंदा है। कोई जरा मेरे को इत्थे खड़े मान लो होवे तो मैं बोलना ना जाऊंगा तो मैं की करूंगा? रोब मारूंगा, चल बाहर निकल, मेरा घर है। फिर भी ना जाऊंगा तो मैं की करूंगा? फिर मैं स्टेज तो थल्ले आ जाऊंगा, फिर धक्का मारूंगा एक, फिर भी ना लिया तो फिर मैं वेखूंगा ये वजन कितना है, फिर मैं चक लूंगा इनू, फिर चक के बाहर मारूंगा। हालेलुया। तुसी वेखना है शैतान नूं झिड़कना, चल बाहर निकल शैतान। फिर नहीं मनदा, थोड़ा फोर्स नाल होर कहना, बीमारी लेके निकल बाहर, गरीबी लेके निकल बाहर, मेरे बच्चे नूं छड्ड, तेरा कोई अधिकार नहींगा, मैं आशीष देना मेरे बच्चे नूं। हालेलुया। फिर देख लो शैतान दा वजन कितना है, फिर चक लो, चक के बाहर मारो। हालेलुया। हालेलुया। झिड़कता ते फिर झिड़काता। हालेलुया। मैनूं लगदा तुसीं अज दा प्रचार कदे भुल्लोगे नहीं भुलदे ना, कदे भी नहीं भुलदे। पौलुस कित्थों चलिया? एक जगह तो चलिया, कित्थे जाण वास्ते? रोम जाण वास्ते। रस्ते दे विच माल्टा आया। जदों टापू दे सरदार दे प्यो नूं चंगियाई मिली, फिर की होया? पौलुस नूं समझ आ गई कि मैनूं एक कारण सीगा मेरे सारे कष्टां दे विच निकलण दा। मेरे ते आह कष्ट आए, मेरा जहाज टुट गया, एड़ा की सीगा? एक कारण सीगा। अगर इह ना हुंदा तां आ ना हुंदा। हालेलुया। पौलुस नूं लग्या मैनूं माल्टा द्वीप की जरूरत है, पर जदों चंगाइयां मिलियां फिर पता लगा कि माल्टा द्वीप नूं मेरी जरूरत सी, तां प्रभु मैनूं इत्थे लैके आया। हालेलुया। पहला लगा ना मैनूं जरूरत है इत्थों निकलण दी, किवें जाके रोम प्रचार करा, है ना? प्रचार करने रोम भेजा, मैनूं इत्थों निकलण जरूरत है, मैनूं इत्थे आउणा ही आउणा सीगा। उस द्वीप नूं भी परमेश्वर दी जरूरत सी, उस सुक्की जगह नूं भी परमेश्वर दी जरूरत सीगी। हालेलुया। जित्थों दे विच ज़्यादा कष्ट आ रहा ना, उत्थे वड्डा चमत्कार हुंदा है, पक्की गल है। जिथे ज्यादा कष्ट आउण उत्थे वड्डा चमत्कार। तां ही मैं कहना है भी कदे भी आपदा आस ते साडा विश्वास साडे धन दे उत्ते नहीं होना चाहिए, क्योंकि जिथे साडा धन हुंदा उत्थे साडा की लग्या रहिंदा है? मन भी लग्या रहिंदा है। हालेलुया। तां ही दाऊद ने आख्या, कहदा अगर मैं तेरी व्यवस्था से यानी कि मैं तेरे वचन से प्रसन्न ना होता तो दुख के समय नष्ट हो जाता। हालेलुया। अगर मेरा भरोसा कहंदा दाऊद मेरे महल ते, मेरिया सेना ते, मेरे सेनापति ते, मेरे माल डंगरां ते, मेरे घोड़ियां ते, मेरे रथां दे उत्ते मेरा भरोसा हुंदा तां ये अगर मेरे कोलों चले जांदे तां मैं नाश हो जांदा। पर ਉਹਦਾ ਭਰੋਸਾ ਉਹਨਾਂ ਚੀਜ਼ਾਂ ਦੇ ਉੱਤੇ ਨਹੀਂ ਸੀਗਾ, ਉਹਦਾ ਭਰੋਸਾ ਕਿਸ ਤੇ ਸੀਗਾ? ਪਰਮੇਸ਼ਵਰ ਦੇ ਉੱਤੇ ਸੀਗਾ। ਹਾਲੇਲੂਇਆ। ਉਹ ਜਾਣਦਾ ਸੀਗਾ ਸਾਰੀਆਂ ਗੱਲਾਂ। ਦਾਊਦ ਨੇ ਤਾਂ ਯਿਸੂ ਮਸੀਹ ਦੀ ਭਵਿੱਖਬਾਣੀ ਕੀਤੀ ਸੀ ਨਾ, ਉਹ ਤੈਨੂੰ ਹੱਥੋਂ ਹੱਥ ਚੱਕ ਲੈਣਗੇ, ਤੇਰੇ ਪੈਰ ਨੂੰ ਕਦੇ ਠੇਡਾ ਨਾ ਲੱਗੇ, ਉਹ ਜਾਣਦਾ ਸੀਗਾ। ਉਹਨੇ ਆਖਿਆ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ, ਪ੍ਰਭੂ ਨੇ ਆਖਿਆ ਹਜ਼ਾਰਾਂ ਸਾਲ ਪਹਿਲਾਂ, ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ। प्रभु कहना परमेश्वर ते मेरा प्रभु कौन? यीशु मसीह। दाऊद ने हजारा साल कहना तो मेरे सज्जे हथ बैठ, मैं तेरे वैरियां तेरे जब तक की पैर रखने की चौकी ना बना दिया। ये गल उन्हें आखी, प्रभु ने मेरे प्रभु ने आख्या। हालेलुया। समझ लगी जाती सारी गल। तुहानू अज प्रभु का धन्यवाद करते हैं इस गल वास्ते। तुहानू कदे भी लोकां दीयां गल्लां दे विच नहीं आउणा। दो ही शक्तियां हैं इस संसार दे विच, एक परमेश्वर ते एक शैतान है। हालेलुया। शैतान उदों तक अटैक नहीं करता एक बंदे दे उत्ते जब तक कि वो आदे जगह नहीं दिंदा, आदे अंदर जगह दित्ती नहीं तो गया नहीं बस, फिर कईयां नूं लै रुड़दा वो। हालेलुया। सो परमेश्वर ने अगर तुहानूं तोरिया रोम पहुंचाउण वास्ते या कुछ एवें ला लो, परमेश्वर ने वड्डी सारी आशीष देण वास्ते चुनिया, तुहानूं बाले सारे लोकां नूं बचाउण वास्ते चुनिया, ते रस्ते च किन्ने भी तूफान, किन्ने भी विरोध, किन्ने भी तुहानूं ईसाई हैन, किन्ने भी तुहानूं कहण भी तुहाडे भी तां दुख आए, तुहाडे भी तां कष्ट आ गए, तुसीं बस उन्हां गल्लां नूं प्रूव नहीं करना भी साडे ना असीं मसीह लोग है, थोड़ी हुंदा इस तरह नाल असीं नहीं कहना। सानूं झिड़काउणा आउणा चाहिए। बहुत सारियां गल्लां कष्ट होणगे। हालेलुया। दो गल्लां मैं हैरान होना, मैं तजर्बा किया इस गल का। अज असीं यीशु मसीह का नाम दस्सण तो संग जाने कई बारी, पर यह मतलब शैतान बचाले खड़ा है संग की दीवार लैके। ये मैनूं की आखूगा, ये दीवार लैके, ये कंध कढ़ के खड़ा, ये मैनूं की आखूगा, इहदी गल दा मैं जवाब किवें दूंगा, इहदी गल दा मैं की करूंगा मैं। हालेलुया। हालेलुया। परमेश्वर ने आख्या आपदे वचन दे विच, कहंदा तुसीं ये फिक्र ना करो भी तुसीं की बोलोगे, कहंदा उस टाइम तुहानूं दस दिता जाऊगा भी तुहानूं की बोलना है, क्योंकि पवित्र आत्मा तुहाडे विच दी होके बोलूगा। तां जो लाया जा रहा भी तुहानूं हर एक नूं अन्य भाषा दा पवित्र आत्मा दा वरदान। शुरुआत हो चुकी होगी ना, होगी शुरुआत। हालेलुया।
ਅਗਲੇ ਐਤਵਾਰ ਨੂੰ ਤੁਸੀਂ ਦੁੱਗਣੇ ਉਤਸ਼ਾਹ ਦੇ ਨਾਲ ਹੋਣਾ ਵੀ ਅੱਜ ਮੈਂ ਪ੍ਰਾਪਤ ਕਰਕੇ ਜਾਊਂਗਾ, ਅੱਜ ਮੈਂ ਪ੍ਰਾਪਤ ਕਰਨਾ ਹੀ ਕਰਨਾ ਹੈ, ਅੱਜ ਮੈਨੂੰ ਮਿਲੂਗਾ ਅੰਨ੍ਹੇ ਭਾਸ਼ਾ, ਪਿਆਸ ਦੇ ਨਾਲ, ਪੂਰੀ ਪਿਆਸ ਦੇ ਨਾਲ। ਹਾਲੇਲੂਇਆ। ਪਿਆਸ ਰੱਖੋਗੇ ਫਿਰ ਮਿਲੂਗਾ। ਹਾਲੇਲੂਇਆ। ਜਦੋਂ ਉਹਨੇ ਪਿਆਸ ਬੁਝਾਈ ਤਾਂ ਫਿਰ ਤੁਸੀਂ ਕਦੇ ਪਿਆਸੇ ਨਹੀਂ ਹੋਗੇ। ਸਾਮਰੀ ਔਰਤ ਨੂੰ ਆਖਿਆ ਕਹਿੰਦਾ ਜਿਹੜਾ ਮੈਂ ਤੈਨੂੰ ਜਲ ਪਿਆਉਂਗਾ ਤੂੰ ਪੀ ਲਿਆ ਤਾਂ ਫਿਰ ਕਦੇ ਪਿਆਸੀ ਨਹੀਂ ਹੋਏਗੀ, ਕਦੇ ਤੈਨੂੰ ਪਿਆਸ ਲੱਗੇਗੀ ਵੀ ਨਹੀਂ। ਹਾਲੇਲੂਇਆ।